ਤੇ ਸਿਮਰਨ ਕੌਰ ਢਾਡਲੀ ਜਿਹੜੀ ਵੀ ਹੈਗੀ ਆ, ਜੇ ਇਹਨੇ ਵਿਰੋਧ ਕਰਨਾ ਸੀ ਇਹ ਉਸ ਮਾਰਕੀਟ ਦਾ ਕਰਦੀ, ਮੈਂ ਉਹਨੂੰ ਸ਼ਾਬਾਸ਼ੀ ਦਿੰਦੀ। ਫਿਰ ਸਿਮਰਨ ਢਾਲੀ ਨੇ ਵੀ ਉਹਨਾਂ ਦੇ ਲਈ ਲਾਈਕ ਵਿਊਜ਼ ਖੱਟਣ ਦੇ ਲਈ ਨਹੀਂ ਉਹ ਵੀਡੀਓ ਐਡ ਕੀਤੀ। ਇਹ ਢਾਡਲੀ ਇੱਕ ਪੌਰਨ ਮੂਵੀ ਸ਼ੇਅਰ ਕਰਕੇ ਕਹਿ ਰਹੀ ਹੈ ਜੀ ਇਹ ਪੌਰਨ ਆ, ਇਹ ਗੰਦੀ ਆ, ਇਹਨੂੰ ਦੇਖਿਓ ਨਾ, ਪਰ ਦਿਖਾ ਵੀ ਰਹੀ ਆ। ਮਨਕੀਰਤ ਔਲਖ ਵਰਗੇ ਸਿੰਗਰ ਉਹਨਾਂ ਦਾ ਵਿਰੋਧ ਕਰਦੇ ਆ ਕਿ ਉਹ ਅਸਲੇ ਦੀਆਂ ਗੱਲਾਂ ਕਰਦੇ ਨੇ, ਅਸਲੇ ਨੂੰ ਪ੍ਰਮੋਟ ਕਰਦੀ ਨੇ, ਤਾਂ ਉਹ 'ਚ ਵਿਰੋਧ ਜੱਟੀ ਦਾ ਵੀ ਵਿਰੋਧ ਕਰਨਾ ਪੈਂਦਾ ਕਿਉਂਕਿ ਉਹ ਵੀ ਅਸਲੇ ਨੂੰ ਪ੍ਰਮੋਟ ਕਰ ਰਹੀ ਹੈ। ਕਰਨ ਔਜਲੇ ਦੇ ਮੈਂ ਖੁਦ ਗਾਣੇ ਸੁਣਦੀ ਆ, ਮੈਨੂੰ ਉਹਨੇ ਆਪਣੀ ਲਾਈਫ 'ਚ ਜੋ ਸਟਰਗਲ ਕੀਤੀ ਆ, ਆਈ ਰੀਅਲੀ ਐਡਮਾਇਰ ਦੈਟ ਪਰਸਨ। ਨਾ ਛੋਟੀ ਉਮਰ ਦੇ ਵਿੱਚ ਉਹਨੇ ਫੈਮਿਲੀ ਤੋਂ ਬਿਨਾਂ ਜੋ ਸਰਵਾਈਵ ਕੀਤਾ, ਪਰ ਜਿੱਥੇ ਜਿੱਥੇ ਜਿਹੜਾ ਗਲਤ ਕਰੂਗਾ, ਜਿੱਥੇ ਜਿੱਥੇ ਜੋ ਗਲਤ ਆ ਉਹਦਾ ਵਿਰੋਧ ਹੋਣਾ ਬਣਦਾ ਆ। ਉਹਦੇ ਵਿੱਚ ਵਾਈਨ ਦੀ ਬੋਤਲ ਪਈ ਆ, ਉਹਦੇ ਵਿੱਚ ਚਿੱਟਾ ਪਿਆ ਆ, ਉਹਦੇ ਵਿੱਚ ਅਸਲਾ ਪਿਆ ਆ। ਇਹ ਸਾਡੀ ਮਤਲਬ ਇਹ ਕਹ ਲਓ ਇਹ ਸਾਡੀਆਂ ਆਈਡੀਅਲ ਨਹੀਂ ਹੈਗੀਆਂ, ਸਾਡੀਆਂ ਆਈਡੀਅਲ ਮਾਈ ਭਾਗੋ ਵਰਗੀਆਂ ਨੇ। ਇਹ ਚੀਜ਼ ਦੇ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਕਿ ਕੁੜੀਆਂ ਲਾਅ ਦਾ ਅਨਡਿਊ ਐਡਵਾਂਟੇਜਸ ਲੈਂਦੀਆਂ ਨੇ। ਕੁੜੀਆਂ ਗਾਲਾਂ ਕੱਢਣ ਲੱਗ ਗਈਆਂ, ਜਿਹੜੀਆਂ ਮਾਂ ਭੈਣ ਦੀਆਂ ਗਾਲਾਂ, ਕੁੜੀਆਂ ਮਾਂ ਭੈਣ ਦੀਆਂ ਗਾਲਾਂ ਕੱਢਦੀਆਂ ਨੇ ਬਿਨਾਂ ਸੋਚੇ ਸਮਝੇ ਕਿ ਉਹ ਗਾਲ ਆਪ ਨੂੰ ਹੀ ਲੱਗ ਰਹੀ ਆ। ਜੇ ਉਸ ਚੀਜ਼ ਦੇ ਉੱਤੇ ਵੀ ਉਹ ਕਹਿੰਦੀ ਆ ਕਿ ਹਾਥੀ ਲੰਘ ਜਾਂਦਾ ਆ ਤੇ ਇਸ ਚੀਜ਼ ਨੂੰ ਉਹ ਐਕਸੈਪਟ ਨਹੀਂ ਕਰਦੀ ਹੈਗੀ, ਤਾਂ ਫਿਰ ਮੈਮ ਉਹ ਆਪਣੇ ਆਪ ਦੇ ਵਿੱਚ ਇੱਕ ਔਰਤ ਹੈ ਹੀ ਨਹੀਂ ਗੀ। ਕਿ ਤੇਰੇ ਵਰਗਿਆਂ ਨੂੰ ਬਦਕਾਰ ਕਹਿੰਦੇ ਆ, ਕਿਸੇ ਨੂੰ ਕੋਈ ਹੱਕ ਨਹੀਂਗਾ ਕਿਸੇ ਨੂੰ ਬਦਕਾਰ ਕਹਿਣ ਦਾ, ਕਿਉਂਕਿ ਉਹ ਲੀਗਲੀ ਆਜ਼ਾਦ, ਅਗਲਾ ਜਿਹੜੀ ਮਰਜ਼ੀ ਕੱਪੜੇ ਪਾਵੇ। ਠੀਕ ਆ, ਚਾਹੇ ਉਸ ਚੀਜ਼ ਨਾਲ ਮੈਂ ਵੀ ਸਹਿਮਤ ਨਾ ਹੋਵਾਂ ਕਿਉਂਕਿ ਉਹ ਮੇਰੀ ਆਪਣੀ ਓਪੀਨੀਅਨ ਆ, ਬਟ ਮੈਂ ਆਪਣੀ ਓਪੀਨੀਅਨ ਕਿਸੇ ਦੇ ਥੋਪ ਨਹੀਂ ਨਾ ਸਕਦੀ। ਰਾਜੇ ਮਹਾਰਾਜੇ ਆਪਣੇ ਮੁਜਰਾ ਕਰਾਉਂਦੇ ਹੁੰਦੇ ਸੀ, ਉਹ ਕਿਉਂ ਕਰਾਉਂਦੇ ਸੀਗੇ? ਉਹ ਮੁਜਰੇ ਵਾਲੀ ਗਲਤ ਨਹੀਂ ਸੀ, ਉਹ ਮੁਜਰੇ ਕਰਾਉਣ ਵਾਲੇ ਗਲਤ ਸੀ। ਇਹ ਕੁੜੀ ਨੂੰ ਸਿਰਫ ਵਸਤੂ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤ ਚੀਜ਼ ਨਹੀਂ ਹੈਗੀ, ਔਰਤ ਹੱਡ ਮਾਸ ਦਾ ਬਣਿਆ ਹੋਇਆ ਇੱਕ ਉਹੀ ਇਨਸਾਨ ਆ ਜਜ਼ਬਾਤਾਂ ਦਾ, ਜਿਹੜੇ ਜਿਵੇਂ ਦਾ ਇੱਕ ਮਰਦ ਆ। ਫੈਮਿਨਿਜ਼ਮ ਸਾਨੂੰ ਇਹ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਘੱਟ ਕੱਪੜੇ ਪਾ ਲਓ ਜਾਂ ਤੁਸੀਂ ਗੰਦ ਬਕੋਗੇ, ਜਾਂ ਜੇ ਮੁੰਡੇ ਸ਼ਰਾਬ ਪੀਂਦੇ ਆ, ਸਿਗਰਟ ਪੀਂਦੇ ਆ ਤਾਂ ਅਸੀਂ ਵੀ ਸਿਗਰਟ ਪੀਵਾਂਗੇ। ਇਹ ਫੈਮਿਨਿਜ਼ਮ ਆ, ਦਿਸ ਇਜ਼ ਨਾਟ ਫੈਮਿਨਿਜ਼ਮ। ਪ੍ਰਾਈਮ ਯੂਥ ਟੀਵੀ ਤੁਸੀਂ ਦੇਖ ਰਹੇ ਹੋ, ਮੈਂ ਨੀਲਮ ਕੁਈਨ। ਅੱਜ ਕੱਲ੍ਹ ਚਰਚਾ ਛਿੜੀ ਹੋਈ ਹੈ ਨਵੇਂ ਰਿਲੀਜ਼ ਹੋਏ ਸਿਮਰਨ ਢਾਡਲੀ ਦੇ ਗਾਣੇ ਲਹੂ ਦੀ ਆਵਾਜ਼ ਦੇ ਵਿੱਚ। ਜਦੋਂ ਗਾਣਾ ਰਿਲੀਜ਼ ਹੋਇਆ ਉਦੋਂ ਹੀ ਸੁਰਖੀਆਂ ਦੇ ਵਿੱਚ ਆ ਗਿਆ। ਲੋਕਾਂ ਨੇ ਕਿਹਾ ਕਿ ਗਾਣਾ ਬਹੁਤ ਵਧੀਆ, ਪਰ ਉਸ ਦੇ ਵਿਰੋਧ ਦੇ ਵਿੱਚ ਵੀ ਕਈ ਆਵਾਜ਼ਾਂ ਆਈਆਂ, ਕਮੈਂਟਸ ਦੇਖਣ ਨੂੰ ਮਿਲੇ, ਵੀਡੀਓਜ਼ ਵਾਇਰਲ ਹੋਈਆਂ, ਰੀਲਸ ਵਾਇਰਲ ਹੋਈਆਂ ਕਿ ਕੋਈ ਕਿਸੇ ਕੁੜੀ ਨੂੰ ਵੀ ਹੱਕ ਨਹੀਂ, ਕਿਸੇ ਨੂੰ ਵੀ ਹੱਕ ਨਹੀਂ ਹੈਗਾ ਕਿ ਉਹ ਕਿਸੇ ਦੂਸਰੇ ਨੂੰ, ਕੁੜੀ ਨੂੰ ਕੱਪੜਿਆਂ ਤੋਂ ਜੱਜ ਕਰੇ। ਇਸ ਵਿਸ਼ੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨ ਦੇ ਲਈ ਪਹੁੰਚੇ ਹਾਂ ਸੋਸ਼ਲ ਐਕਟਿਵਿਸਟ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਦੇ ਨਾਲ। ਉਹਨਾਂ ਦੇ ਇਸ ਗਾਣੇ ਦੇ ਬਾਰੇ, ਜੋ ਇਸ ਦੇ ਵਿੱਚ ਬੋਲ ਜਿਹੜੇ ਵਰਤੇ ਗਏ, ਉਹਨਾਂ ਦੇ ਬਾਰੇ ਕੀ ਕਹਿਣਾ ਆ। ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਪ੍ਰਾਈਮ ਯੂਥ ਟੀਵੀ ਦੇ ਉੱਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਿਮਰਨ ਜੀ, ਇੱਕ ਨਾ ਗਾਣਾ ਜਿੱਦਾਂ ਆਇਆ, ਤੁਸੀਂ ਵੀ ਸੁਣਿਆ ਹੋਣਾ, ਚਰਚਾ ਦਾ ਵਿਸ਼ਾ ਬਣਿਆ ਹੋਇਆ ਆ। ਕਈਆਂ ਨੇ ਕਿਹਾ ਕਿ ਗਾਣੇ ਇਹੋ ਜਿਹੇ ਆਉਣੇ ਚਾਹੀਦੇ ਸਮਾਜ ਦੇ ਵਿੱਚ, ਜੋ ਕੁਝ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਜੋ ਕੁੜੀਆਂ ਲੱਚਰਤਾ ਫੈਲਾਉਂਦੀਆਂ, ਪਰ ਕਈਆਂ ਨੇ ਵਿਰੋਧ ਕੀਤਾ ਕਿ ਕਿਸੇ ਨੂੰ ਹੱਕ ਨਹੀਂ ਹੈਗਾ ਕਿ ਉਹ ਕਿਸੇ ਨੂੰ ਜੱਜ ਕਰੇ। ਤੁਸੀਂ ਉਹਨਾਂ ਦੀਆਂ ਵੀਡੀਓਜ਼ ਇੱਥੇ ਪੋਸਟ ਕੀਤੀਆਂ ਜਿਨ੍ਹਾਂ ਨੂੰ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਕੁੜੀਆਂ ਇੱਦਾਂ ਦੀਆਂ ਵੀਡੀਓ ਪਾਉਂਦੀਆਂ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਬਿਲਕੁਲ, ਦੇਖੋ ਹੁਣ ਮੈਂ ਇੱਥੇ ਨਾ ਇੱਕ ਕੋਟ ਕਰੂੰਗੀ ਜਿਹੜੀ ਮੈਂ ਗੱਲ ਕਰਦੇ ਹੋਏ ਵੀ ਕੋਟ ਕੀਤੀ ਸੀਗੀ ਕਿ ਇਹ ਵੀਡੀਓ ਦੇ ਵਿੱਚ ਉਹਨੇ ਇੱਦਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਜਿਹੜੀ ਇਹਨੇ ਵੀਡੀਓ ਪੋਸਟ ਕੀਤੀ ਆ ਕਿ ਇੱਕ ਪੌਰਨ ਮੂਵੀ ਦਿਖਾ ਦਿਓ, ਪੋਸਟ ਕਰ ਦਿਓ ਤੇ ਕਹੋ ਕਿ ਇਹ ਬਹੁਤ ਗੰਦੀ, ਇਹਨੂੰ ਦੇਖਿਓ ਨਾ। ਉਹਨਾਂ ਨੇ ਇਹੋ ਜਿਹੀਆਂ ਫੋਟੋਜ਼ ਲਾ ਕੇ ਇਹੀ ਚੀਜ਼ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀ ਕੁੜੀਆਂ ਨੇ ਇੱਦਾਂ ਦਿਖਾ ਰਹੀ ਇੱਦਾਂ, ਪਰ ਉਹ ਉਹੀ ਚੀਜ਼ਾਂ ਆਪ ਵੀ ਤਾਂ ਆਪਦੇ ਗਾਣੇ 'ਚ ਉਸੇ 'ਚ ਦਿਖਾ ਰਹੀ ਆ। ਸੋ ਦੇਖੋ, ਜਿਹੋ ਜਿਹੀ ਚੀਜ਼ ਤੁਸੀਂ ਦੇਖੋਗੇ ਉਹੀ ਚੀਜ਼ ਤੁਹਾਡੇ ਸਾਹਮਣੇ ਆਊਗੀ। ਸਾਨੂੰ ਨਹੀਂ ਇਹੋ ਜਿਹੀਆਂ ਰੀਲਸ ਦਿਖ ਜਾਂਦੀ, ਉਹ ਸਰਚ ਇੰਜਨ ਹੁੰਦਾ ਹੈ, ਉਹਨਾਂ ਨੂੰ ਹੀ ਉਹ ਚੀਜ਼ ਦਿਖਦੀ ਆ। ਦੂਜੀ ਗੱਲ, ਇਹਦੇ ਪਿੱਛੇ ਕੁੜੀਆਂ ਨਾਲੋਂ ਜ਼ਿਆਦਾ ਮਾਰਕੀਟ ਕਸੂਰਵਾਰ ਆ। ਜਿਹੜੀ ਇਹੋ ਜਿਹੀ ਮਾਰਕੀਟ ਹੈਗੀ ਆ ਜਿਹੜੀ ਕੁੜੀਆਂ ਨੂੰ ਇਹੋ ਜਿਹੀਆਂ ਰੀਲਾਂ ਬਣਾਉਣ ਲਈ ਮਜਬੂਰ ਕਰਦੀ ਆ। ਸੋ ਇਹ ਨਾ ਕੋਈ ਦੋ ਸ਼ਬਦਾਂ ਦੇ ਵਿੱਚ ਕੰਪਲੀਟ ਕਰਨ ਵਾਲੀ ਗੱਲ ਨਹੀਂ। ਇਹਦੇ ਪਿੱਛੇ ਆਪਾਂ ਇਹ ਕਹਿ ਲਓ ਕਿ ਇੱਕ ਚੰਗੀ ਤਕੜੀ ਡਿਬੇਟ ਛਿੜੀ ਵੀ ਇਸੇ ਲਈ ਆ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਦਾ ਵਿਰੋਧ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਪਿੱਤਰ ਸੱਤਾ ਨੂੰ ਟੋਟਲੀ ਸਾਡੇ ਉੱਤੇ ਉਹ ਕਹਿ ਲਓ ਕਿ ਥੋਪ ਰਹੀ ਆ। ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਉਹਨਾਂ ਨੇ ਉਹਦੇ ਵਿੱਚ ਵੀ ਕਿਹਾ ਲਹੂ ਦੀ ਆਵਾਜ਼, ਕਿ ਪਹਿਲਾਂ ਅਸੀਂ ਇੱਦਾਂ ਸੀ, ਭਰਾ ਦਾ ਕਹਿਣਾ ਮੰਨਦੀਆਂ ਸੀ, ਪਿਓ ਦਾ ਕਹਿਣਾ ਮੰਨਦੀਆਂ ਸੀ, ਘਰ ਵਾਲੇ ਦਾ ਕਹਿਣਾ ਮੰਨਦੀਆਂ ਸੀ। ਉਹ ਕੀ ਆ, ਉਹ ਦੋਨੋਂ ਪਿੱਤਰ ਸੱਤਾ ਦੀ ਗੱਲ ਕਰਤੀ ਨਾ, ਵੀ ਉਹਨਾਂ ਦਾ ਕਹਿਣਾ ਮੰਨਦੀਆਂ ਸੀਗੀਆਂ ਤੇ ਅੱਜ ਵਾਲੀਆਂ ਮੰਨਦੀਆਂ ਨਹੀਂ। ਠੀਕ ਆ, ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਮੈਂ ਇਸ ਚੀਜ਼ ਨਾਲ ਐਗਰੀ ਕਰਦੀ ਹਾਂ ਕਿ ਜਿਹੜਾ ਫੈਮਿਨਿਜ਼ਮ ਹੈਗਾ ਹੈ ਉਹ ਆਪਣੇ
ਅੰਗਾਂ ਨੂੰ ਦਿਖਾਉਣਾ, ਸਰੀਰ ਨੂੰ ਦਿਖਾਉਣਾ ਫੈਮਿਨਿਜ਼ਮ ਨਹੀਂ ਹੈਗਾ। ਫੈਮਿਨਿਜ਼ਮ ਤੁਹਾਡੀ ਐਜੂਕੇਸ਼ਨ, ਤੁਹਾਡੀ ਇੰਪਾਵਰਮੈਂਟ ਨਾਲ ਰਿਲੇਟਡ ਆ। ਤੇ ਫੈਮਿਨਿਸਟ ਹੋਣਾ ਕੁਝ ਗਲਤ ਨਹੀਂ ਹੈਗਾ। ਇਸ ਚੀਜ਼ ਨੂੰ ਵੀ ਉਹਨੇ ਇੱਕ ਸ਼ਬਦ ਵਰਤਿਆ ਉਹਦੇ ਵਿੱਚ, ਬਦਕਾਰ, ਕਿ ਤੇਰੇ ਵਰਗਿਆਂ ਨੂੰ ਬਦਕਾਰ ਕਹਿੰਦੇ ਆ। ਕਿਸੇ ਨੂੰ ਕੋਈ ਹੱਕ ਨਹੀਂਗਾ ਕਿਸੇ ਨੂੰ ਬਦਕਾਰ ਕਹਿਣ ਦਾ। ਬਦਕਾਰ ਦਾ ਮਤਲਬ ਮੋਰਲੀ ਰੋਂਗ ਹੁੰਦਾ ਆ, ਜਿਹਦਾ ਕਰੈਕਟਰ ਜੋ ਨੀਚ ਹੁੰਦਾ ਆ, ਜਿਹੜਾ ਸ਼ਬਦ ਆ ਉਹਨੂੰ ਗਾਲ ਕੱਢੀ ਗਈ ਆ। ਤੇ ਉਹਨੂੰ ਕਿਸੇ ਨੂੰ ਵੀ ਗਾਲ ਕੱਢਣ ਦਾ ਹੱਕ ਨਹੀਂ ਹੈਗਾ, ਕਿਉਂਕਿ ਉਹ ਲੀਗਲੀ ਆਜ਼ਾਦ, ਅਗਲਾ ਜਿਹੜੀ ਮਰਜ਼ੀ ਕੱਪੜੇ ਪਾਵੇ, ਠੀਕ ਆ। ਚਾਹੇ ਉਸ ਚੀਜ਼ ਨਾਲ ਮੈਂ ਵੀ ਸਹਿਮਤ ਨਾ ਹੋਵਾਂ, ਕਿਉਂਕਿ ਉਹ ਮੇਰੀ ਆਪਣੀ ਓਪੀਨੀਅਨ ਆ, ਬਟ ਮੈਂ ਆਪਣੀ ਓਪੀਨੀਅਨ ਕਿਸੇ ਤੇ ਥੋਪ ਨਹੀਂ ਨਾ ਸਕਦੀ ਵੀ ਤੂੰ ਆ ਨਾ ਪਾਓ, ਉਹਦੀ ਮਰਜ਼ੀ ਆ ਪਾਉਣ ਦੀ। ਸੋ ਇਹ ਕਾਫੀ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਖੋਲ੍ਹ ਕੇ ਡਿਸਕਸ ਕਰ ਸਕਦੇ ਹਾਂ ਵੀ ਹਾਂਜੀ ਆਹ ਚੀਜ਼ਾਂ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਸੋ ਮੈਂ ਇਸ ਗਾਣੇ ਦਾ ਲਿਟਰਲੀ ਵਿਰੋਧ ਕਰਦੀ ਹਾਂ, ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਉਹਨੇ ਗਲਤ ਤਰੀਕੇ ਨਾਲ ਪੇਸ਼ ਕੀਤੀਆਂ ਨੇ। ਗਾਣੇ ਦੇ ਵਿੱਚ ਜ਼ਿਕਰ ਕੀਤਾ ਗਿਆ ਇਹੋ ਜਿਹੀਆਂ ਕੁੜੀਆਂ ਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਆ, ਜੋ ਇਹੋ ਜਿਹੀਆਂ ਵੀਡੀਓਜ਼ ਪਾਉਂਦੀਆਂ, ਪੈਸੇ ਕਮਾਉਂਦੀਆਂ, ਇਹੋ ਜਿਹੇ ਲੋਕੀ ਉਹਨਾਂ ਨੂੰ ਦੇਖਦੇ ਵੀ ਆ, ਸਵਾਦ ਵੀ ਲੈਂਦੇ ਆ, ਫੇਕ ਆਈਡੀਜ਼ ਬਣਾ ਕੇ ਕਮੈਂਟ ਵੀ ਕਰਦੇ, ਗਰੁੱਪਸ 'ਚ ਵੀ ਭੇਜਦੇ, ਯਾਰ ਤੂੰ ਇਹ ਵੀਡੀਓ ਦੇਖੀ ਆ। ਫਿਰ ਵੀ ਉਹ ਉਹਨਾਂ ਤੇ ਫਿਰ ਕੁੜੀਆਂ ਨੂੰ ਹਊਆ ਹੀ ਬਣਾਇਆ ਪਿਆ ਸੋਸ਼ਲ ਮੀਡੀਆ ਦੇ ਉੱਤੇ। ਮੈਮ ਤੁਸੀਂ ਦੇਖੋ ਕਿ ਕੋਈ ਚੰਗੀ ਚੀਜ਼ ਤੁਸੀਂ ਪੋਸਟ ਕਰਦੇ ਹੋ ਨਾ, ਉਹਦੀ ਰੀਚ ਬਹੁਤ ਘੱਟ ਹੁੰਦੀ ਆ, ਪਰ ਕੋਈ ਵੀ ਇਹੋ ਜਿਹੀ ਚੀਜ਼ ਆ ਤਾਂ ਇਹਦੀ ਰੀਚ ਬਹੁਤ ਜ਼ਿਆਦਾ ਹੁੰਦੀ ਆ। ਸੋ ਉਹ ਜਿਹੜੀਆਂ ਰੀਲ ਵਾਲੀਆਂ ਕੁੜੀਆਂ ਦੀ ਇਹਨਾਂ ਨੇ ਗੱਲ ਕੀਤੀ, ਉਹਨਾਂ ਦੇ ਫੋਲੋਅਰਸ ਮਿਲੀਅਨਸ ਦੇ ਵਿੱਚ ਨੇ। ਤੇ ਉਹਨਾਂ ਦੇ ਫੋਲੋਅਰਸ ਕਿਉਂ ਨੇ? ਕਿਉਂਕਿ ਉਹ ਉਹੋ ਜਿਹੀ ਚੀਜ਼ ਪਰੋਸਦੀਆਂ ਨੇ, ਤੇ ਉਹੋ ਜਿਹੀ ਜਿਹੜੇ ਸਰੋਤੇ ਬੈਠੇ ਨੇ ਉਹ ਸਰੋਤਿਆਂ ਕਰਕੇ ਨੇ। ਕੋਈ ਵੀ ਚੀਜ਼ ਜੇ ਉਹ ਇਸ ਚੀਜ਼ ਦੇ, ਜਿਵੇਂ ਉਹਨੇ ਕਿਹਾ ਕਿ ਪੈਸੇ ਵੱਟਦੀਆਂ ਨੇ ਜਾਂ ਫੇਮਸ ਹੁੰਦੀਆਂ ਨੇ, ਜੇ ਤੁਸੀਂ ਉਹਨੂੰ ਫੇਮ ਦਿੰਦੇ ਹੋ ਤੇ ਉਹਨੂੰ ਪੈਸੇ ਦਿੱਤੇ ਜਾਂਦੇ ਉਸ ਚੀਜ਼ ਲਈ, ਤਾਂ ਹੀ ਹੁੰਦੀ ਹੈ। ਦੇਖੋ ਕਿੱਤਾ ਆ, ਕਿਸੇ ਦਾ ਕੋਈ ਵੀ ਕਿੱਤਾ ਹੋ ਸਕਦਾ। ਉਹ ਸ਼ਾਇਦ ਗਰੀਬ ਹੋਣਗੀਆਂ, ਉਹਨਾਂ ਕੋਲ ਸਕਿੱਲਸ ਨਹੀਂ ਹੋਣਗੀਆਂ, ਇਸ ਲਈ ਉਹਨਾਂ ਨੇ ਉਹ ਸੌਖਾ ਤਰੀਕਾ ਬਣਾ ਲਿਆ ਪੈਸੇ ਕਮਾਉਣ ਦਾ। ਪਰ ਕਸੂਰਵਾਰ ਕੀ ਉਹ ਕੁੜੀਆਂ ਨੇ? ਨਹੀਂ, ਕਸੂਰਵਾਰ ਉਹ ਸੁਸਾਇਟੀ ਆ ਜਿਹੜੀ ਉਹਨਾਂ ਨੂੰ ਇਹ ਚੀਜ਼ ਕਰਨ ਦਾ ਮੌਕਾ ਦੇ ਰਹੀ ਆ। ਕਸੂਰਵਾਰ ਉਹ ਪ੍ਰੋਡਕਸ਼ਨ ਕੰਪਨੀਜ਼ ਨੇ, ਜਾਂ ਉਹ ਜਿਹੜੇ ਸੌਂਗ ਦੀ ਇਹ ਕਹਿ ਲਓ ਕਿ ਪ੍ਰਮੋਸ਼ਨਲ ਜਿਹੜੀਆਂ ਉਹਦੀ ਜਿਹੜਾ ਸੈੱਲ ਹੁੰਦਾ ਆ, ਜਾਂ ਉਹਦੀ ਜੋ ਵੀ ਟੀਮ ਹੁੰਦੀ ਆ, ਜਿਹੜੇ ਉਹਨਾਂ ਨੂੰ ਪੈਸੇ ਦਿੰਦੇ ਆ ਕਿ ਤੁਸੀਂ ਆਹ ਗਾਣੇ 'ਤੇ ਰੀਲ ਬਣਾਓ, ਤੁਸੀਂ ਇੱਦਾਂ ਦੀ ਰੀਲ ਬਣਾਓ, ਜਾਂ ਉਹ ਚੀਜ਼ ਦੀ ਡਿਮਾਂਡ ਕਰਦੇ ਆ। ਆਪਾਂ ਸ਼ੁਰੂ ਤੋਂ ਦੇਖੋ ਕਿ ਮੂਵੀਜ਼ ਦੇ ਵਿੱਚ ਦੇਖੋ ਕਿ ਹਰੇਕ ਮੂਵੀ ਦੇ ਵਿੱਚ ਕੋਈ ਨਾ ਕੋਈ ਆਈਟਮ ਸੌਂਗ ਹੁੰਦਾ ਸੀ। ਉਹ ਆਈਟਮ ਸੌਂਗ ਕਿਉਂ ਪਾਇਆ ਜਾਂਦਾ ਸੀ? ਉਹ ਲੋਕਾਂ ਦੀ ਡਿਮਾਂਡ ਨੂੰ ਦੇਖ ਕੇ ਪਾਇਆ ਜਾਂਦਾ ਸੀ। ਪੁਰਾਣੇ ਟਾਈਮਾਂ ਦੀ ਗੱਲ ਕਰ ਲਓ, ਹੁਣ ਚਲੋ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਆ, ਉੱਥੇ ਪ੍ਰੋਸਟੀਟਿਊਸ਼ਨ ਅਲਾਉਡ ਆ, ਸਾਡੇ ਇੱਥੇ ਨਹੀਂ। ਪਰ ਵੇਸ਼ਵਾਗਿਰੀ ਸਾਡੇ ਸ਼ੁਰੂ ਤੋਂ ਚੱਲਦੀ ਆ ਰਹੀ ਆ। ਰਾਜੇ ਮਹਾਰਾਜੇ ਆਪਣੇ ਮੁਜਰਾ ਕਰਾਉਂਦੇ ਹੁੰਦੇ ਸੀ। ਉਹ ਕਿਉਂ ਕਰਾਉਂਦੇ ਸੀਗੇ? ਉਹ ਮੁਜਰੇ ਵਾਲੀ ਗਲਤ ਨਹੀਂ ਸੀ, ਉਹ ਮੁਜਰੇ ਕਰਾਉਣ ਵਾਲੇ ਗਲਤ ਸੀ, ਕਿਉਂਕਿ ਇਹ ਸੁਸਾਇਟੀ ਦੀ ਜਿਹੜੀ ਇਹ ਡਿਮਾਂਡ ਹੁੰਦੀ ਸੀ, ਉਹ ਡਿਮਾਂਡ ਗਲਤ ਸੀ। ਜੇ ਡਿਮਾਂਡ ਹੋਊਗੀ ਤਾਂ ਸਪਲਾਈ ਉਹੋ ਜਿਹੀ ਹੋਊਗੀ। ਤੇ ਸਿਮਰਨ ਕੌਰ ਢਾਡਲੀ ਜਿਹੜੀ ਵੀ ਹੈਗੀ ਆ, ਜੇ ਇਹਨੇ ਵਿਰੋਧ ਕਰਨਾ ਸੀ ਇਹ ਉਸ ਮਾਰਕੀਟ ਦਾ ਕਰਦੀ, ਮੈਂ ਉਹਨੂੰ ਸ਼ਾਬਾਸ਼ੀ ਦਿੰਦੀ। ਪਰ ਇਹਨੇ ਵਿਰੋਧ ਉਹਨਾਂ ਕੁੜੀਆਂ ਦਾ ਕੀਤਾ ਜਿਹੜੀਆਂ ਕਿਸੇ ਨਾ ਕਿਸੇ ਮਜਬੂਰੀ ਦੇ ਪੱਖੋਂ ਉਸ ਪਾਸੇ ਆ ਗਈਆਂ। ਪੈਸੇ ਕਮਾਉਣ ਲਈ, ਇੰਡੀਪੈਂਡੈਂਟ ਹੋਣ ਲਈ ਹਰੇਕ ਨੂੰ ਹੱਕ ਆ ਪੈਸੇ ਕਮਾਉਣ ਦਾ। ਮੁੰਡੇ ਨਹੀਂ ਕਿ ਜੇ ਦੇਖੋ ਨੰਗੇਜ ਕੁੜੀਆਂ ਦਾ ਗਲਤ ਤਾਂ ਮੁੰਡਿਆਂ ਦਾ ਵੀ ਗਲਤ ਆ। ਤੇ ਜਿਹੜੀ ਉਹ ਡੁੱਬ ਕੇ ਮਰਨ ਦੀ ਇਹਨਾਂ ਚੀਜ਼ਾਂ ਦੀ ਗੱਲ ਕਰਦੀ ਹੈ, ਇਹ ਕਾਨੂੰਨਨ ਗਲਤ ਆ। ਬਲਕਿ ਕੁੜੀਆਂ ਨੂੰ ਉਹਦੀ ਕੰਪਲੇਂਟ ਕਰਨੀ ਚਾਹੀਦੀ ਆ, ਕਿਉਂਕਿ ਕਾਨੂੰਨਨ ਹਰੇਕ ਦਾ ਕਾਨੂੰਨ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਆਹ ਕੱਪੜੇ ਪਾਉਣੇ ਆ ਨਹੀਂ ਪਾਉਣੇ। ਕਾਨੂੰਨ ਹਰੇਕ ਨੂੰ ਲਿਬਰਟੀ ਦਿੰਦਾ ਆ। ਆਰਟੀਕਲ 21 ਹਰ ਤਰ੍ਹਾਂ ਦੀ ਲਿਬਰਟੀ, 21 ਰਾਈਟ ਟੂ ਲਾਈਫ ਆ। ਉਹਨਾਂ ਨੂੰ ਡਿਗਨੀਫਾਈਡ ਲਾਈਫ ਜੀਣ ਦਾ, ਜਿਵੇਂ ਉਹ ਜਿਉਣਾ ਚਾਹੁੰਦੇ ਨੇ, ਜੀਣ ਦਾ ਹੱਕ ਦਿੰਦਾ ਆ। ਸੋ ਉਹਨਾਂ ਦੀ ਮਰਜ਼ੀ ਆ, ਜਿਵੇਂ ਮਰਜ਼ੀ ਜੀਣ। ਮੇਰੀ ਮਰਜ਼ੀ ਆ ਕਿ ਮੈਂ ਆਹ ਕੱਪੜੇ ਪਾਉਣੀ ਆ, ਮੇਰੀ ਮਰਜ਼ੀ ਆ। ਉਹਦੀ ਮਰਜ਼ੀ ਆ, ਉਹ ਸਕਰਟਸ ਪਾਉਣਾ ਚਾਹੁੰਦੀਆਂ ਨੇ, ਉਹ ਜਿਹੋ ਜਿਹੇ ਕੱਪੜੇ ਪਾਉਣਾ ਚਾਹੁੰਦੀਆਂ, ਉਹਨਾਂ ਦੀ ਚੋਇਸ ਆ। ਬਟ ਠੀਕ ਆ, ਉਸ ਚੀਜ਼ ਨਾਲ ਹੋ ਸਕਦਾ ਮੈਂ ਕੱਪੜਿਆਂ ਨਾਲ ਐਗਰੀ ਨਾ ਕਰਾਂ, ਪਰ ਆਈ ਡੋਂਟ ਹੈਵ ਰਾਈਟ ਟੂ ਪੁਆਇੰਟ ਆਊਟ ਦੈਮ ਕਿ ਤੁਹਾਡਾ ਕਰੈਕਟਰ ਖਰਾਬ ਆ, ਤੁਸੀਂ ਇੱਦਾਂ ਦੇ ਕੱਪੜੇ ਪਾਉਂਦੇ ਆ। ਤੁਸੀਂ ਮਾਰਕੀਟਿੰਗ ਦੀ ਗੱਲ ਕੀਤੀ ਕਿ ਜੇ ਕੁੜੀਆਂ ਮਤਲਬ ਕਿ ਦੇਖਦੇ ਲੋਕੀ ਉਹਨਾਂ ਦੀਆਂ ਵੀਡੀਓਜ਼ ਨੂੰ, ਉਹਨਾਂ ਨੂੰ ਪ੍ਰਮੋਸ਼ਨ ਦੇ ਲਈ ਵੀਡੀਓਜ਼ ਆਉਂਦੀਆਂ, ਤੁਸੀਂ ਰੀਲਸ ਬਣਾਓ। ਜੇ ਇਸੇ ਗਾਣੇ ਦੀ ਗੱਲ ਕਰੀਏ ਲਹੂ ਦੀ ਆਵਾਜ਼ ਦੀ, ਉਹਨਾਂ ਕੁੜੀਆਂ ਦੀਆਂ ਵੀਡੀਓਜ਼ ਵੀ ਇਹਦੇ ਵਿੱਚ ਐਡ ਕੀਤੀਆਂ ਗਈਆਂ। ਫਿਰ ਸਿਮਰਨ ਢਾਲੀ ਨੇ ਵੀ ਉਹਨਾਂ ਦੇ ਲਈ ਲਾਈਕ ਵਿਊਜ਼ ਖੱਟਣ ਦੇ ਲਈ ਨਹੀਂ ਉਹ ਵੀਡੀਓ ਐਡ ਕੀਤੀਆਂ। ਇਹ ਬਿਲਕੁਲ ਓਬਵੀਅਸ ਜੀ ਗੱਲ ਆ, ਉਹ ਸਾਰੀਆਂ ਹੀ ਚੀਜ਼ਾਂ ਹੋ ਜਾਂਦੀਆਂ ਨੇ। ਮੈਮ ਮੈਂ ਤੁਹਾਡੇ ਨਾਲ ਹੁਣੀ ਕੀ ਗੱਲ ਕਰਕੇ ਹਟੀ ਹਾਂ ਕਿ ਇਹ ਗਾਣੇ ਦੀ ਜਿਹੜੀ ਵੀਡੀਓ ਹੈਗੀ ਆ, ਇਹ ਤੇ ਜਿਹੜੇ ਬੋਲ ਆਪਣੇ ਜਾਣੀ ਇਹ ਗੱਲ ਕਹਿ ਰਹੇ ਕਿ ਇਹ ਪੌੜਨ ਆ, ਇਹ ਗੰਦੀ ਹੈ, ਇਹਨੂੰ ਦੇਖਿਓ ਨਾ, ਤੇ ਆਪ ਸ਼ੇਅਰ ਵੀ ਕਰਤੀ ਆ। ਸੋ ਇਹ ਉਹੀ ਚੀਜ਼ ਦੀ ਐਗਜ਼ਾਮਪਲ ਹੈ। ਬੜੀ ਸੋਹਣੇ ਤਰੀਕੇ ਨਾਲ ਨਾ ਆਪਣੇ ਆਰਟੀਕਲ 'ਚ ਹਰਮੀਤ ਬਰਾੜ ਦੀਦੀ ਨੇ ਦੱਸਿਆ ਆ ਕਿ ਇਹ ਮਤਲਬ ਉਹੀ ਚੀਜ਼ ਆ ਕਿ ਢਾਡਲੀ ਇੱਕ ਪੌਰਨ ਮੂਵੀ ਸ਼ੇਅਰ ਕਰਕੇ ਕਹਿ ਰਹੀ ਹੈ ਜੀ ਇਹ ਪੌਰਨ ਆ, ਇਹ ਗੰਦੀ ਆ, ਇਹਨੂੰ ਦੇਖਿਓ ਨਾ, ਪਰ ਦਿਖਾ ਵੀ ਰਹੀ ਆ। ਲੋਕਾਂ ਨੂੰ ਤਾਂ ਨਹੀਂ ਪਤਾ ਸੀ, ਸਾਨੂੰ ਤਾਂ ਨਹੀਂ ਪਤਾ ਸੀ ਵੀ ਇਹ ਕਿਹੜੀਆਂ ਕੁੜੀਆਂ ਨੇ ਇਹੋ ਜਿਹੀ ਵੀਡੀਓਜ਼ ਪਾ ਰਹੀਆਂ, ਜਾਂ ਜਿਹੜੀਆਂ ਵੀ ਪਾ ਰਹੀਆਂ ਨੇ ਉਹਨੂੰ ਦਿਖੀਆਂ, ਉਹਨੇ ਲੱਭੀਆਂ। ਪਹਿਲਾਂ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦਾ ਕੰਟੈਂਟ ਯੂਜ਼ ਕੀਤਾ, ਠੀਕ ਆ, ਫਿਰ ਉਹੀ ਦਿਖਾਇਆ, ਫਿਰ ਇਹ ਵੀ ਵਿਊ ਦਾ ਚੱਕਰ ਹੀ ਹੋਊਗਾ।
ਤੇ ਜੇ ਮਤਲਬ ਕਿ ਗੱਲ ਕਰੀਏ ਸੋਸ਼ਲ ਮੀਡੀਆ ਦੀ, ਉਹਦੇ ਉੱਤੇ ਨਾ ਅੱਜ ਕੱਲ ਇਹ ਰਿਵਾਜ ਹੀ ਚੱਲ ਗਿਆ ਆ, ਜੇ ਕਿਤੇ ਕਹਿੰਦੇ ਕਿ ਧੋਖੇ ਦੀ ਗੱਲ ਹੁੰਦੀ ਆ, ਕੁੜੀਆਂ ਹੀ ਧੋਖੇਬਾਜ਼ ਆ। ਜੇ ਕਿਸੇ ਨੂੰ ਬਦਕਾਰ ਕਹਿਣਾ ਤਾਂ ਕੁੜੀਆਂ ਦੇ ਉੱਤੇ ਬਸ ਟੈਗ ਲਾ ਦਿਓ, ਮੁੰਡੇ ਫਿਰ ਸਾਫ਼ ਕਹਿੰਦੇ ਕਿ ਗਾਣੇ ਆਉਂਦੇ ਆ, ਬਹੁਤ ਘੱਟ ਆਉਂਦੇ ਕੁੜੀਆਂ ਦੇ ਹੱਕ ਦੇ ਵਿੱਚ। ਸਿਮਰਨ ਢਾਲੀ ਨੇ ਗਾਣੇ ਪਹਿਲਾਂ ਵੀ ਕੀਤੇ ਆ, ਬੇਬਾਕੀ ਦੇ ਨਾਲ ਲਿਰਿਕਸ ਲਿਖਦੀ ਆ, ਗਾਣੇ ਰਿਲੀਜ਼ ਕਰਦੀ, ਪਹਿਲਾਂ ਵੀ ਉਹਦੇ ਗਾਣਿਆਂ ਨੂੰ ਪਸੰਦ ਕੀਤਾ ਗਿਆ। ਬਰੂਦ ਵਰਗੀ ਗਾਣਾ ਆਇਆ ਉਹਨਾਂ ਦਾ ਜਿਹਦੇ 'ਚ ਅਸਲੇ ਦੀ ਗੱਲ ਕੀਤੀ ਆ, ਹਨਾ। ਉਸ ਗਾਣੇ ਦਾ ਵੀ ਵਿਰੋਧ ਕੀਤਾ ਜਾ ਰਿਹਾ ਕਿ ਇੱਕ ਪਾਸੇ ਸਿਮਰਨ ਢਾਲੀ ਆਹ ਗਾਣਾ ਗਾ ਰਹੀ ਹੈ, ਦੂਜੇ ਪਾਸੇ ਕਹਿ ਰਹੀ ਹੈ ਕਿ ਆਹ ਚੀਜ਼ ਗਲਤ ਆ। ਮੈਮ ਦੇਖੋ, ਮੈਂ ਉਸ ਗਾਣੇ ਦਾ ਵੀ ਵਿਰੋਧ ਕਰੂੰਗੀ, ਕਿਉਂਕਿ ਕੋਈ ਬਰੂਦ ਵਰਗੀ ਜੱਟੀ ਹੋਣਾ ਕੋਈ ਵੱਡੀ ਮਾਣ ਵਾਲੀ ਗੱਲ ਤਾਂ ਹੈ ਨਹੀਂ। ਉਹ ਵੀਡੀਓ ਵੀ ਆਪਾਂ ਦੇਖ ਕੇ ਹਟੇ ਆ, ਉਹਦੇ ਵਿੱਚ ਵਾਈਨ ਦੀ ਬੋਤਲ ਪਈ ਆ, ਉਹਦੇ ਵਿੱਚ ਚਿੱਟਾ ਪਿਆ ਆ, ਉਹਦੇ ਵਿੱਚ ਅਸਲਾ ਪਿਆ ਆ। ਇਹ ਸਾਡੀ ਮਤਲਬ ਇਹ ਕਹ ਲਓ, ਇਹ ਸਾਡੀਆਂ ਆਈਡੀਅਲ ਨਹੀਂ ਹੈਗੀਆਂ। ਸਾਡੀਆਂ ਆਈਡੀਅਲ ਮਾਈ ਭਾਗੋ ਵਰਗੀਆਂ ਨੇ। ਸਾਡੀਆਂ ਆਈਡੀਅਲ ਮਤਲਬ ਜੇ ਐਜੂਕੇਸ਼ਨ ਲੈਵਲ ਤੇ ਦੇਖੀਏ ਕਿਰਨ ਬੇਦੀ ਵਰਗੀਆਂ ਨੇ, ਜਿਹੜੀਆਂ ਪੜ੍ਹਾਈ ਲਿਖਾਈ 'ਚ ਕਿਤੇ ਨਾ ਕਲਪਨਾ ਚਾਵਲਾ ਵਰਗੀਆਂ ਨੇ ਸਾਡੀਆਂ ਆਈਡੀਅਲ। ਸਾਡੀ ਆਈਡੀਅਲ ਇਹ ਨਹੀਂ ਹੋ ਸਕਦੀ, ਠੀਕ ਆ। ਜਾਂ ਜਿਹੜੀ ਵੀ ਆਪਦੇ ਆਪ ਨੂੰ ਕਹਿੰਦੀ ਆ ਮੈਂ ਬੰਦੇ ਮਾਰੇ ਆਈ, ਫਲਾਨਾ ਕਰੇ, ਧਮਕਾ ਕਰੇ ਆਈ, ਠੀਕ ਆ। ਉਹ ਇਹ ਸਾਡਾ ਨਾ ਤਾਂ ਇਹ ਸਾਡੇ ਸੰਸਕਾਰ ਨੇ, ਨਾ ਇਹ ਸਾਡੀ ਇਨਸਾਨੀਅਤ ਆ, ਨਾ ਹੀ ਇਹ ਕਹਿ ਲਓ ਕਿ ਜੋ ਸਾਡਾ ਕਾਨੂੰਨ ਆ, ਸਾਡਾ ਕਨਸਟੀਟਿਊਸ਼ਨ ਆ, ਨਾ ਹੀ ਉਹ ਇਸ ਚੀਜ਼ ਨੂੰ ਅਲਾਓ ਕਰਦਾ ਕਿ ਤੁਸੀਂ ਹਥਿਆਰਾਂ ਦੇ ਤਾਂ ਆਪਾਂ ਆਲਰੇਡੀ ਅਗੇਂਸਟ ਆ। ਦੂਜੀ ਗੱਲ ਆ ਕਿ ਇੰਨੇ ਹਥਿਆਰਾਂ ਉਹਦੇ ਵਿੱਚ ਕਹਿੰਦੀ ਕਿ ਗਿਫਟ ਵਿੱਚ ਅਸਲਾ ਆਊਗਾ, ਤੇ ਇਹ ਫਿਰ ਕੀ ਹੋ ਗਿਆ? ਇਹਦੇ ਵਿੱਚ ਤਸਕਰੀ ਦੀ ਗੱਲ ਕੀਤੀ ਗਈ ਆ, ਇਹਦੇ ਵਿੱਚ ਸਮਗਲਿੰਗ ਦੀ ਗੱਲ ਕੀਤੀ ਗਈ ਆ, ਹਥਿਆਰਾਂ ਦੀ ਸਮਗਲਿੰਗ ਦੀ। ਸੋ ਇਹ ਟੋਟਲੀ ਇਲੀਗਲ ਚੀਜ਼ਾਂ ਜਿਹੜੀਆਂ ਹੈਗੀਆਂ ਨੇ। ਜੇ ਅਸੀਂ ਇਸ ਪਾਸੇ ਜਿਹੜੇ ਮਨਕੀਰਤ ਔਲਖ ਵਰਗੇ ਸਿੰਗਰ ਉਹਨਾਂ ਦਾ ਵਿਰੋਧ ਕਰਦੇ ਹਾਂ ਕਿ ਉਹ ਅਸਲੇ ਦੀਆਂ ਗੱਲਾਂ ਕਰਦੇ ਨੇ, ਅਸਲੇ ਨੂੰ ਪ੍ਰਮੋਟ ਕਰਦੀ ਨੇ, ਤਾਂ ਉਹ 'ਚ ਬਰੂਦ ਜੱਟੀ ਦਾ ਵੀ ਵਿਰੋਧ ਕਰਨਾ ਬਣਦਾ, ਕਿਉਂਕਿ ਉਹ ਵੀ ਅਸਲੇ ਨੂੰ ਪ੍ਰਮੋਟ ਕਰੇ। ਇਹ ਪ੍ਰਮੋਸ਼ਨ ਅਸਲੇ ਦੀ ਕੁੜੀ ਵੱਲੋਂ ਗਲਤ ਆ, ਮੁੰਡੇ ਵੱਲੋਂ ਵੀ ਗਲਤ ਆ। ਦੋਨੇ ਕਲਾਕਾਰਾਂ ਦੀ ਗੱਲ ਕੀਤੀ ਆ, ਮਤਲਬ ਵੱਡੇ ਵੱਡੇ ਜਿਹੜੇ ਕਲਾਕਾਰ ਆ ਸਾਡੇ ਪੰਜਾਬੀ ਇੰਡਸਟਰੀ ਦੇ, ਉਹਨਾਂ ਨੇ ਵੀ ਸਪੋਰਟ ਕੀਤੀ ਆ ਕਿ ਢਾਡਲੀ ਦਾ ਗਾਣਾ ਬਹੁਤ ਸੋਹਣਾ, ਇਹੋ ਜਿਹੇ ਗਾਣੇ ਆਉਣੇ ਚਾਹੀਦੇ ਇੰਡਸਟਰੀ ਦੇ ਵਿੱਚ, ਜਦ ਕਿ ਉਹਨਾਂ ਦੇ ਆਪਦੇ ਗਾਣੇ ਵੀ ਅਸਲਿਆਂ ਤੇ ਹੀ। ਮੈਮ ਪਤਾ ਕੀ ਉਹੀ ਗੱਲ ਆ, ਉਹ ਇਹਨਾਂ ਚੀਜ਼ਾਂ ਨੂੰ ਸਪੋਰਟ ਕਰਨਗੇ। ਕਿੱਥੇ ਮੈਂ ਪਹਿਲਾਂ ਹੀ ਗੱਲ ਕਿੱਥੇ ਕੀਤੀ ਹੈ, ਪਿੱਤਰ ਸੱਤਾ ਦੀ। ਹਰ ਜਗ੍ਹਾ ਦੇ ਉੱਤੇ ਦੇਖੋ ਪਿੱਤਰ ਸੱਤਾ ਭਾਰੂ ਆ। ਪਿੱਤਰ ਸੱਤਾ ਇਹੋ ਜਿਹੀ ਚੀਜ਼ ਆ ਕਿ ਉਹਨੇ ਸਾਨੂੰ ਉਹੋ ਜਿਹੀ ਚੀਜ਼ ਇੱਕ ਬਣਾ ਕੇ ਦੇ ਦਿੱਤੀ। ਦੇਖੋ ਮੈਂ ਵੀ ਆਪਣੇ ਫਾਦਰ ਸਾਹਿਬ ਦੀ ਇੱਜ਼ਤ ਕਰਦੀ ਹਾਂ, ਮੈਂ ਵੀ ਉਹਨਾਂ ਦੇ ਸੰਸਕਾਰਾਂ ਦੀ ਇੱਜ਼ਤ ਕਰੂੰਗੀ, ਮੈਂ ਆਪਣੇ ਭਰਾਵਾਂ ਦੀ ਇੱਜ਼ਤ ਕਰਦੀ ਹਾਂ, ਪਰ ਮੈਂ ਨਾ ਤਾਂ ਆਪਣੇ ਭਰਾ ਨੂੰ, ਨਾ ਹੀ ਆਪਣੇ ਫਾਦਰ ਨੂੰ, ਕਿਸੇ ਨੂੰ ਵੀ ਇਹ ਰਾਈਟ ਨਹੀਂ ਦਊਂਗੀ ਕਿ ਤੁਸੀਂ ਮੈਨੂੰ ਆਪਣੀ ਜਿੱਦ ਮਨਾਉਣ ਦੀ ਜਾਂ ਮੈਨੂੰ ਤੁਸੀਂ ਸਲਾਹ ਦੇ ਸਕਦੇ ਹੋ, ਮੈਂ ਤੁਹਾਡੀ ਸਲਾਹ ਮੰਨੂੰਗੀ। ਪਰ ਜਦੋਂ ਮੈਂ ਅਡਲਟ ਹੋ ਗਈ ਹਾਂ, ਮੇਰੀ ਜ਼ਿੰਦਗੀ ਕਿਵੇਂ ਜੂਣੀ ਹੈ ਮੇਰਾ ਮਰਜ਼ੀ ਹੋਊਗੀ, ਤੁਸੀਂ ਮੇਰੇ ਤੇ ਥੋਪ ਨਹੀਂ ਸਕਦੇ ਹੈਗੇ। ਜੇ ਕਿਸੇ ਜਗ੍ਹਾ ਤੇ ਤੁਸੀਂ ਗਲਤ ਹੋਵੋਗੇ, ਮੈਂ ਤੁਹਾਡਾ ਵਿਰੋਧ ਕਰੂੰਗੀ, ਮੈਂ ਤੁਹਾਡੀ ਪਿੱਤਰ ਸੱਤਾ ਨੂੰ ਕਬੂਲੂੰਗੀ ਨਹੀਂ। ਸੋ ਇਹ ਚੀਜ਼ ਮੰਨਣੀ ਬਹੁਤ ਔਖੀ ਹੈ। ਸਾਡੇ ਸਮਾਜ ਇਸ ਚੀਜ਼ ਨੂੰ ਮੰਨ ਨਹੀਂ ਰਿਹਾ। ਤੇ ਹੁਣ ਜੇ ਗਾਣਿਆਂ 'ਚ ਦੇਖੋ ਤਾਂ ਮੈਕਸਿਮਮ ਜਿਹੜੇ ਆਰਟਿਸਟ ਨੇ ਉਹ ਜ਼ਿਆਦਾ ਮੇਲ ਨੇ, ਫੀਮੇਲ ਘੱਟ ਨੇ, ਫੀਮੇਲ ਗਿਣੀਆਂ ਚੁਣੀਆਂ ਨੇ, ਤੇ ਇਸ ਕਰਕੇ ਉਹਨਾਂ ਦੇ ਗਾਣੇ ਉਹਨਾਂ ਚੀਜ਼ਾਂ 'ਤੇ ਚੜ੍ਹਦੇ ਨੇ ਜਿਹਦੇ ਵਿੱਚ ਉਹ ਕੁੜੀਆਂ ਨੂੰ ਗਾਲਾਂ ਕੱਢਦੇ ਨੇ, ਜਾਂ ਇਹ ਕਹਿ ਲਓ ਕਿ ਕੁੜੀ ਧੋਖਾ ਕਰ ਗਈ, ਉਹ ਛੱਡ ਕੇ ਚਲੀ ਗਈ, ਫਿਰ ਕੁੜੀ ਦਾ ਕਰੈਕਟਰ ਦਿਖਾਉਂਦੇ ਆ ਕਿ ਉਹ ਇੱਕ ਨਾਲ ਤੁਰ ਗਈ, ਦੂਜੇ ਨਾਲ ਤੁਰ ਗਈ, ਫਲਾਣੇ ਨਾਲ ਤੁਰ ਗਈ, ਕਦੇ ਉਹ ਆਪਦਾ ਵੀ ਇਹੋ ਜਿਹਾ, ਔਰ ਆਪਦੇ 'ਚੋਂ ਮਾਣ ਸਮਝਦੇ ਆ ਕਿ ਤੇਰੇ ਵਰਗੀਆਂ ਕਈ ਛੱਡੀਆਂ ਮੈਂ। ਇਹੋ ਜਿਹੇ ਕਈ ਗਾਣੇ ਨੇ ਜਿਹਦੇ ਵਿੱਚ ਕਹਿੰਦੇ ਆ, ਆਈ ਥਿੰਕ ਇੱਕ ਕੋਈ ਗਾਣਾ ਸੀਗਾ, ਯਾਰਾਂ ਨਾਲ ਬੁਰਾ ਨਾ ਬੋਲੀ, ਪਤਾ ਨਹੀਂ ਤੇਰੇ ਵਰਗੇ, ਪਹਿਲੀਆਂ ਵੀ ਇਸੇ ਗੱਲੋਂ ਛੱਡੀਆਂ, ਮੇਬੀ ਪਤਾ ਨਹੀਂ ਕਿਹਦਾ। ਜਿਨ੍ਹਾਂ ਦੇ ਗਾਣੇ ਦੀ ਜ਼ਿਕਰ ਕਰਦੇ ਉਹਨਾਂ ਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇੱਕ ਗਾਣਾ ਸ਼ਰਾਬ ਗਾਣਾ ਰਿਲੀਜ਼ ਹੋਇਆ, ਕਰਨ ਔਜਲਾ ਦਾ ਗਾਣਾ ਆ ਇਹ, ਤੇ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਸ਼ਰਾਬ ਦੇ ਨਾਲ, ਅਸਲੇ ਦੇ ਨਾਲ, ਨਸ਼ਿਆਂ ਦੇ ਨਾਲ ਕੁੜੀ ਦਾ ਕੰਪੈਰੀਜ਼ਨ ਕੀਤਾ ਗਿਆ ਉਹਨਾਂ ਦੇ ਉੱਤੇ। ਉਹ ਵੀ ਮਾਮਲਾ ਜਿਹੜਾ ਭਖਿਆ ਹੋਇਆ ਆ। ਮੈਮ ਬਿਲਕੁਲ ਉਹੀ ਤਾਂ ਚੀਜ਼ ਆ ਨਾ, ਇਹ ਕੁੜੀ ਨੂੰ ਸਿਰਫ ਵਸਤੂ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰਤ ਚੀਜ਼ ਨਹੀਂ ਹੈਗੀ, ਔਰਤ ਹੱਡ ਮਾਸ ਦਾ ਬਣਿਆ ਹੋਇਆ ਇੱਕ ਉਹੀ ਇਨਸਾਨ ਆ ਜਜ਼ਬਾਤਾਂ ਦਾ, ਜਿਹੜੇ ਜਿਵੇਂ ਦਾ ਇੱਕ ਮਰਦ ਆ। ਉਹ ਇਕੁਐਲਿਟੀ ਆ ਜਿਹੜੀ ਉਹ ਮਨਜ਼ੂਰ ਨਹੀਂ ਗੀ ਸਾਡੀ ਇਸ ਸੁਸਾਇਟੀ ਨੂੰ। ਤੇ ਕਦੇ ਸੱਭਿਆਚਾਰ ਦੇ ਨਾਂ ਦੇ ਉੱਤੇ, ਠੀਕ ਹੈ, ਕਦੇ ਆਹੀ ਚੀਜ਼ਾਂ ਦੇ ਨਾਂ ਦੇ ਉੱਤੇ, ਕਦੇ ਕਿਸੇ ਰੀਜ਼ਨ ਦੇ ਕਰਕੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਜੰਜੀਰਾਂ ਦੇ ਵਿੱਚ ਬੰਨ੍ਹਣ ਦੀ ਕੋਸ਼ਿਸ਼ ਹੁੰਦੀ ਹੈ। ਸਾਨੂੰ ਸਿਰਫ ਇੱਕ ਵਸਤੂ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਜਿਵੇਂ ਇਹਨੇ ਸ਼ਰਾਬ ਦੇ ਨਾਲ ਕੰਪੇਅਰ ਕੀਤਾ। ਮੈਂ ਇੱਕ ਕੁੜੀ ਹੋਣ ਦੇ ਨਾਤੇ ਕਹੂੰਗੀ, ਇੱਕ ਫੈਮਿਨਿਸਟ ਹੋਣ ਦੇ ਨਾਤੇ ਕਹੂੰਗੀ ਕਿ ਮੈਨੂੰ ਨਹੀਂ ਮਨਜ਼ੂਰ ਕਿ ਤੂੰ ਮੇਰੀ ਤਾਰੀਫ ਕਰੇ ਕਿ ਹਾਂ ਮੇਰੀਆਂ ਅੱਖਾਂ 'ਚ ਨਸ਼ਾ ਆ, ਜਾਂ ਕਿਸੇ ਵੀ ਚੀਜ਼ ਆ, ਜਾਂ ਬੋਤਲ ਵਰਗੀਆਂ, ਜਾਂ ਵਾਟਐਵਰ, ਜੋ ਪਹਿਲਾਂ ਵੀ ਗਾਣੇ ਬਹੁਤ ਆਏ ਆ, ਹੈ ਨਾ। ਤੇ ਮੈਨੂੰ ਉਹ ਚੀਜ਼ ਬਹੁਤ ਚੰਗੀ ਲੱਗੂਗੀ ਜੇ ਕੋਈ ਮੇਰੇ ਸੋਚ ਦੀ, ਮੇਰੇ ਕਿਰਦਾਰ ਦੀ, ਮੇਰੀ ਪੜ੍ਹਾਈ ਦੀ, ਮੇਰੀ ਸਕਿੱਲਸ ਦੀ ਤਾਰੀਫ ਕਰੂਗਾ, ਠੀਕ ਆ। ਉਹ
ਉਹ ਵੀ ਗਲਤ ਆ ਜਿਹੜੀ ਚੀਜ਼ ਦਾ ਵਿਰੋਧ ਕਰਨਾ। ਦੇਖੋ ਕਰਨ ਔਜਲੇ ਦੇ ਮੈਂ ਖੁਦ ਗਾਣੇ ਸੁਣਦੀ ਆ, ਮੈਨੂੰ ਉਹਨੇ ਆਪਣੀ ਲਾਈਫ 'ਚ ਜੋ ਸਟਰਗਲ ਕੀਤੀ ਆ, ਆਈ ਰੀਅਲੀ ਐਡਮਾਇਰ ਦੈਟ ਪਰਸਨ। ਹੈ ਨਾ, ਛੋਟੀ ਉਮਰ ਦੇ ਵਿੱਚ ਉਹਨੇ ਫੈਮਿਲੀ ਤੋਂ ਬਿਨਾਂ ਜੋ ਸਰਵਾਈਵ ਕੀਤਾ, ਪਰ ਜਿੱਥੇ ਜਿੱਥੇ ਜਿਹੜਾ ਗਲਤ ਕਰੂਗਾ, ਜਿੱਥੇ ਜਿੱਥੇ ਜੋ ਗਲਤ ਆ ਉਹਦਾ ਵਿਰੋਧ ਹੋਣਾ ਬਣਦਾ ਆ। ਕਰਨ ਔਜਲੇ ਨੇ ਪਿੱਛੇ ਜੇ ਵੀ ਕਈ ਗਾਣੇ ਕੀਤੇ ਸੀ ਜਿੱਥੇ ਉਹਨੇ ਔਰਤ ਨੂੰ ਕਾਫੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਸ਼ਾਇਦ ਉਹਦੇ ਨਾਲ ਕੋਈ ਕੁੜੀ ਧੋਖਾ ਕਰ ਗਈ ਹੋਊਗੀ, ਉਹਨੇ ਮਾੜੀ ਕੀਤੀ ਹੋਊਗੀ, ਪਰ ਫਿਰ ਉਹ ਆਪਣੀ ਮਾਂ ਦੀ ਵੀ ਤਾਂ ਇੱਜ਼ਤ ਕਰਦਾ। ਫਿਰ ਮਾਂ ਵੀ ਤਾਂ ਹੈਗੀ ਆ ਨਾ, ਵਾਈਫ ਵੀ ਹੈਗੀ ਆ। ਫਿਰ ਉਸ ਬੇਸਿਸ 'ਤੇ ਅਸੀਂ ਕਿਵੇਂ ਅਸੀਂ ਕਿਸੇ ਹੋਰ ਦੀ ਧੀ ਭੈਣ ਨੂੰ ਮਤਲਬ ਗਾਲਾਂ ਕੱਢ ਸਕਦੇ ਹਾਂ, ਗਲਤ ਕਰ ਸਕਦੇ ਹਾਂ। ਠੀਕ ਆ, ਕਿਸੇ ਕੁੜੀ ਨੇ ਤੁਹਾਡੇ ਨਾਲ ਧੋਖਾ ਕਰਤਾ, ਤਾਂ ਇਹੋ ਜਿਹੀਆਂ ਲੱਖਾਂ ਕੁੜੀਆਂ ਨੇ ਜਿਨ੍ਹਾਂ ਦੇ ਨਾਲ ਮੁੰਡੇ ਧੋਖਾ ਕਰਕੇ ਤੁਰ ਜਾਂਦੇ ਨੇ। ਪਿੱਛੇ ਜੇ ਇੱਕ ਮਾਮਲਾ ਭਖਿਆ ਸੀਗਾ ਕਿ ਕੁੜੀ ਬਾਹਰ ਚਲੀ ਗਈ ਅਤੇ ਮੁੰਡੇ ਦੀ ਡੈਥ ਹੋ ਗਈ, ਤਾਂ ਕਿਸੇ ਨੇ ਵੀ ਉਹਨਾਂ ਕੁੜੀਆਂ ਦਾ ਧਿਆਨ ਦਿੱਤਾ ਜਦੋਂ ਜਿਹੜੇ ਇਹ ਲਾੜੇ ਹੁੰਦੇ ਸੀਗੇ, ਕੁੜੀਆਂ ਨੂੰ ਵਿਆਹ ਕਰਾ ਕੇ ਅਤੇ ਇੱਥੇ ਬੱਚੇ ਜੰਮ ਕੇ ਇੱਥੇ ਛੱਡ ਜਾਂਦੇ ਸੀਗੇ, ਉਹਨਾਂ ਦੀ ਤਕਲੀਫ ਨਹੀਂ ਦੇਖੀ। ਮੈਂ ਇਹ ਨਹੀਂ ਕਹਿੰਦੀ ਕਿ ਮੈਂ ਉਹਨਾਂ ਕੁੜੀਆਂ ਨੂੰ ਜਸਟੀਫਾਈ ਕਰਦੀ ਹਾਂ, ਪਰ ਤੁਸੀਂ ਉਹਨਾਂ ਮੁੰਡਿਆਂ ਦਾ ਵਿਰੋਧ ਕਿਉਂ ਨਹੀਂ ਕੀਤਾ? ਗੱਲ ਇਹ ਆ। ਤੁਸੀਂ ਫੈਮਿਨਿਸਟ ਦੀ ਗੱਲ ਕੀਤੀ ਆ ਕਿ ਮਿਹਨਤ ਜਿਹੜੀ ਆ, ਤੁਸੀਂ ਵੀ ਬਹੁਤ ਮਿਹਨਤ ਕੀਤੀ, ਇੱਥੋਂ ਤੱਕ ਪਹੁੰਚੇ, ਬਹੁਤ ਸਟਰਗਲ ਕੀਤਾ ਆ ਤੁਸੀਂ, ਤੇ ਅੱਜ ਤੁਸੀਂ ਬੇਬਾਕੀ ਦੇ ਨਾਲ ਬੋਲਦੇ ਵੀ ਹੋ, ਹੈ ਨਾ। ਤੁਹਾਨੂੰ ਬਹੁਤ ਸਾਰੇ ਜਿਹੜੇ ਫੋਲੋ ਵੀ ਕਰਦੇ, ਕੁੜੀਆਂ ਵੀ ਫੋਲੋ ਕਰਦੀਆਂ ਆ। ਤੇ ਹੁਣ ਲਾਈਕ ਇਹ ਚੀਜ਼ ਹੋ ਗਈ ਆ ਕਿ ਫੈਮਿਨਿਸਟ ਇਹਨਾਂ ਨੇ ਹਊਆ ਬਣਾ ਦਿੱਤਾ ਕਿ ਕੁੜੀਆਂ ਇਸ ਨਾਮ ਦੇ ਉੱਤੇ ਮਿਸਯੂਜ਼ ਕਰਦੀਆਂ ਆ। ਜਦੋਂ ਕਈ ਵੀਡੀਓਜ਼ ਇਸ ਗਾਣੇ ਦੇ ਵਿੱਚ ਵੀ ਐਡ ਕੀਤੀਆਂ ਗਈਆਂ, ਮੁੰਡਿਆਂ ਦੇ ਨਾਲ ਧੱਕਾ ਹੋਇਆ, ਕੁੜੀਆਂ ਕਹਿੰਦੀਆਂ ਆ ਕਿ ਅਸੀਂ ਸਹੀ ਆ ਜਦ ਕਿ ਉਹ ਗਲਤ ਹੈਗੀਆਂ ਆ, ਵੀਡੀਓ ਦੇ ਵਿੱਚ ਐਡ ਵੀ ਕੀਤੀਆਂ ਗਈਆਂ ਆ। ਉਸ ਚੀਜ਼ ਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਜੇ ਕੁੜੀਆਂ ਪੜ੍ਹ ਲਿਖ ਗਈਆਂ, ਆਜ਼ਾਦ ਹੈਗੀਆਂ, ਆਪਣਾ ਪੱਖ ਰੱਖਦੀਆਂ ਖੁੱਲ੍ਹ ਕੇ, ਤੇ ਉਹਨੂੰ ਫਿਰ ਵੀ ਗਲਤ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤਾ ਜਾਂਦਾ? ਮੈਮ ਦੇਖੋ, ਗੱਲ ਸਮਝਣੀ ਪਊਗੀ ਕਿ ਜੇ ਸਾਨੂੰ ਇਕੁਐਲਿਟੀ ਮਨਜ਼ੂਰ ਆ, ਸਾਨੂੰ ਇਕੁਐਲਿਟੀ ਚਾਹੀਦੀ ਆ, ਤਾਂ ਸਾਨੂੰ ਸਪੈਸ਼ਲ ਪ੍ਰਿਵਿਲੇਜਸ ਨਹੀਂ ਚਾਹੀਦੇ। ਵੀ ਆਰ ਇਕੁਅਲ, ਅਸੀਂ ਇਕੁਅਲ ਆ, ਤਾਂ ਅਸੀਂ ਉਸੇ ਕੰਪੀਟੀਸ਼ਨ 'ਚੋਂ ਲੰਘਾਂਗੇ ਜਿਸ 'ਚੋਂ ਮੁੰਡੇ ਲੰਘ ਰਹੇ ਨੇ, ਚਾਹੇ ਉਹ ਜੋਬ ਲੈਣ ਲਈ ਹੋਵੇ, ਚਾਹੇ ਕਿਸੇ ਵੀ ਚੀਜ਼ ਲਈ। ਫਿਰ ਸਾਨੂੰ ਕੋਈ ਸਪੈਸ਼ਲ ਪ੍ਰਿਵਿਲੇਜਸ ਨਹੀਂ ਚਾਹੀਦੇ, ਫਿਰ ਸਾਨੂੰ ਸਪੈਸ਼ਲ ਲਾਜ਼ ਵੀ ਨਹੀਂ ਚਾਹੀਦੇ, ਕਿਉਂਕਿ ਅਸੀਂ ਇਕੁਅਲ ਆ, ਅਸੀਂ ਬਰਾਬਰ ਆ। ਠੀਕ ਆ, ਸਾਡੇ 'ਚ ਕੋਈ ਕਮੀ ਨਹੀਂ ਹੈਗੀ। ਤਾਂ ਇਹ ਚੀਜ਼ ਦੇ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਕਿ ਕੁੜੀਆਂ ਲਾਅ ਦਾ ਅਨਡਿਊ ਐਡਵਾਂਟੇਜਸ ਲੈਂਦੀਆਂ ਨੇ। ਠੀਕ ਆ, ਖੁਦ ਲਾਇਰ ਹੋ ਕੇ ਮੈਂ ਇਹ ਗੱਲ ਬੋਲਦੀ ਹਾਂ, ਚਾਹੇ ਉਹ ਰੇਪ ਲਾਜ਼ ਹੋਣ, ਚਾਹੇ ਉਹ ਆਪਣਾ ਡੋਮੈਸਟਿਕ ਵਾਇਲੈਂਸ ਜਾਂ ਡੋਰੀ ਐਕਟ ਹੋਵੇ, ਉਹਨਾਂ ਦੇ ਵਿੱਚ ਮਿਸਯੂਜ਼ ਹੁੰਦਾ ਆ। ਪਰ ਰਿਐਲਿਟੀ ਆ ਜਿਹੜੀ ਉਹ ਮਿਸਯੂਜ਼ ਵਾਲੀ, ਉਹ ਸਿਰਫ ਤੇ ਸਿਰਫ 10-20% ਆ। ਜਿਹੜੇ 80% ਉਹ ਅੱਜ ਵੀ ਧੱਕੇ ਹੁੰਦੇ ਨੇ, ਅਤੇ ਉਹ ਇਹੋ ਜਿਹੇ ਧੱਕੇ ਹੁੰਦੇ ਆ ਜਿਹੜੇ ਰਜਿਸਟਰਡ ਵੀ ਨਹੀਂ ਹੁੰਦੇ ਹੈਗੇ। ਅਤੇ ਦੂਜੀ ਜਿਹੜੀ ਫੈਮਿਨਿਜ਼ਮ ਦੀ ਗੱਲ ਕੀਤੀ ਗਈ ਹੈ ਮੈਮ, ਫੈਮਿਨਿਜ਼ਮ ਨੂੰ ਬਹੁਤ ਡੀਪਲੀ ਅੰਡਰਸਟੈਂਡ ਕਰਨਾ ਪਊਗਾ। ਫੈਮਿਨਿਜ਼ਮ ਹੈ ਕੀ ਆ? ਫੈਮਿਨਿਜ਼ਮ ਬੇਸਿਕਲੀ ਔਰਤਾਂ ਨੂੰ ਇਕੁਅਲ ਰਾਈਟ ਦੀ ਗੱਲ ਕਰਦਾ ਹੈ। ਫੈਮਿਨਿਜ਼ਮ ਸਾਨੂੰ ਕਹਿੰਦਾ ਹੈ ਕਿ ਜਿੰਨੇ ਜਿਸ ਤਰ੍ਹਾਂ ਜੋ ਮਰਦ ਕਰ ਸਕਦਾ ਉਹ ਔਰਤ ਵੀ ਕਰ ਸਕਦੀ ਆ। ਉਹ ਸਾਨੂੰ ਬਰਾਬਰੀ ਦੀ ਗੱਲ ਕਰਦਾ ਆ। ਫੈਮਿਨਿਜ਼ਮ ਸਾਨੂੰ ਇਹ ਨਹੀਂ ਕਹਿੰਦਾ ਹੈਗਾ ਕਿ ਤੁਸੀਂ ਘੱਟ ਕੱਪੜੇ ਪਾ ਲਓ, ਜਾਂ ਤੁਸੀਂ ਗੰਦ ਬਕੋਗੇ, ਜਾਂ ਜੇ ਮੁੰਡੇ ਸ਼ਰਾਬ ਪੀਂਦੇ ਆ, ਸਿਗਰਟ ਪੀਂਦੇ ਆ, ਤਾਂ ਅਸੀਂ ਵੀ ਸਿਗਰਟ ਪੀਵਾਂਗੇ। ਇਹ ਫੈਮਿਨਿਜ਼ਮ ਆ। ਦਿਸ ਇਜ਼ ਨਾਟ ਫੈਮਿਨਿਜ਼ਮ। ਫੈਮਿਨਿਜ਼ਮ ਹੈ ਇਕੁਅਲ ਓਪਰਚੁਨਿਟੀ ਲੈ ਕੇ ਤੁਸੀਂ ਆਪਣੇ ਆਪ ਨੂੰ ਇੰਪਾਵਰ ਕਰਕੇ ਆਪਣੇ ਆਪ ਨੂੰ ਇੰਡੀਪੈਂਡੈਂਟ ਕਰੋ, ਕਿ ਤੁਸੀਂ ਕਿਸੇ 'ਤੇ ਡਿਪੈਂਡੈਂਟ ਨਹੀਂ ਹੈਗੇ। ਤੁਸੀਂ ਜੇ ਤੁਹਾਡਾ ਭਰਾ ਕਮਾ ਸਕਦਾ, ਤੁਸੀਂ ਵੀ ਕਮਾ ਸਕਦੇ ਹੋ ਅਤੇ ਆਪਣੇ ਬੱਚੇ ਪਾਲ ਸਕਦੇ। ਜੇ ਇੱਕ ਹਸਬੈਂਡ ਅੱਗੇ ਮਤਲਬ ਤੁਸੀਂ ਦੇਖੋ, ਇੱਕ ਮੈਂ ਹੁਣ ਇਸੇ ਚੀਜ਼ ਨਾਲ ਕੋਰਿਲੇਟ ਕਰੂੰਗੀ। ਸਾਡੇ ਕਾਨੂੰਨ ਦੇ ਵਿੱਚ 125 ਦਾ ਦਾਵਾ, ਜਿੱਥੇ ਵਾਈਫ ਮੇਨਟੇਨੈਂਸ ਕਲੇਮ ਕਰਦੀ ਹੈ ਹਸਬੈਂਡ ਤੋਂ, ਪਰ ਇਹ ਕਿਤੇ ਵੀ ਨਹੀਂ ਹੈਗਾ ਕਿ ਹਸਬੈਂਡ ਵਾਈਫ ਤੋਂ ਮੇਨਟੇਨੈਂਸ ਕਲੇਮ ਕਰਦਾ। ਹੁਣ ਉਹ ਜਿਹੜੇ 125 ਆ, ਠੀਕ ਹੈ, ਇਹ ਉਹਨਾਂ ਕੁੜੀਆਂ ਦੇ ਲਈ ਬਹੁਤ ਸਹੀ ਹੋਊਗਾ ਜਿਹੜੀਆਂ ਗਰੀਬ ਨੇ, ਜਿਹੜੀਆਂ ਇੰਡੀਪੈਂਡੈਂਟ ਨਹੀਂ ਹੈਗੀਆਂ, ਫਿਰ ਉਹ ਫੈਮਿਨਿਸਟ ਵੀ ਨਹੀਂ ਹੈਗੀਆਂ। ਠੀਕ ਹੈ, ਪਰ ਜਿਹੜੀਆਂ ਕੁੜੀਆਂ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਹੈਗੀਆਂ ਨੇ, ਕਮਾ ਸਕਦੀਆਂ ਨੇ, ਉਹ 125 ਨੂੰ ਮਤਲਬ ਉਹ ਹੱਕ ਨਹੀਂ ਮੰਗ ਸਕਦੀਆਂ ਉੱਥੋਂ। ਸੋ ਉਹ ਵੀ ਡਿਜ਼ਰਵ ਨਹੀਂ ਕਰਦੀਆਂ ਹੈਗੀਆਂ। ਸੋ ਇਹ ਚੀਜ਼ਾਂ ਨੂੰ ਨਾ ਬੜਾ ਡੀਪਲੀ ਮਤਲਬ ਸਮਝਣ ਦੀ ਲੋੜ ਆ ਸੁਸਾਇਟੀ ਨੂੰ, ਵੀ ਕਿੱਥੇ ਕਿਹੜੀ ਚੀਜ਼ ਲੱਗਦੀ ਆ, ਕਿੱਥੇ ਨਹੀਂ ਲੱਗਦੀ। ਔਰ ਰੀਲਾਂ ਬਣਾਉਣੀਆਂ, ਸਿਗਰਟ ਪੀਣੀ, ਦਾਰੂ ਪੀਣੀ, ਜਾਂ ਨੰਗੇ ਛੋਟੇ ਕੱਪੜੇ ਪਾ ਕੇ ਘੁੰਮਣਾ, ਦਿਸ ਇਜ਼ ਨਾਟ ਆਜ਼ਾਦੀ। ਇਹ ਫਰੀਡਮ ਨਹੀਂ ਹੈਗੀ। ਫਰੀਡਮ ਹੈਗੀ ਆ ਕਿ ਤੁਹਾਨੂੰ ਇਕੁਅਲ ਓਪਰਚੁਨਿਟੀਜ਼ ਮਿਲ ਗਈਆਂ ਨੇ। ਸਾਨੂੰ ਵੋਟ ਦਾ ਰਾਈਟ ਆ, ਸਾਨੂੰ ਪੜ੍ਹਨ ਦਾ ਰਾਈਟ ਆ, ਸਾਨੂੰ ਬੋਲਣ ਦਾ ਰਾਈਟ ਆ। ਮੈਂ ਬੋਲ ਰਹੀ ਹਾਂ, ਇਹ ਫੈਮਿਨਿਜ਼ਮ ਆ। ਮੈਂ ਆਪਣੇ ਲਈ ਲੜ ਸਕਦੀ ਹਾਂ, ਮੈਂ ਹੋਰ ਕੁੜੀਆਂ ਲਈ, ਮੁੰਡਿਆਂ ਲਈ ਵੀ ਲੜ ਸਕਦੀ ਹਾਂ, ਇਹ ਫੈਮਿਨਿਜ਼ਮ ਆ। ਮੈਂ ਸੁਸਾਇਟੀ ਦੇ ਵਿੱਚ ਹੋ ਰਹੀਆਂ ਨਾ ਇਨਸਾਫੀਆਂ ਵਿਰੁੱਧ ਆਵਾਜ਼ ਚੱਕ ਸਕਦੀ ਹਾਂ, ਚਾਹੇ ਉਹ ਕਿਸੇ ਮੁੰਡੇ ਨਾਲ ਹੋਵੇ, ਚਾਹੇ ਉਹ ਕੁੜੀ ਨਾਲ ਹੋਵੇ। ਇਹ ਫੈਮਿਨਿਜ਼ਮ ਆ। ਫੈਮਿਨਿਜ਼ਮ ਤੁਹਾਨੂੰ ਇਕੁਐਲਿਟੀ ਅਤੇ ਗਲਤ ਦੇ ਖਿਲਾਫ ਖੜਨਾ ਸਿਖਾਉਂਦਾ ਆ। ਫੈਮਿਨਿਜ਼ਮ ਤੁਹਾਨੂੰ ਕਿਸੇ ਦੀਆਂ ਗਲਤ ਆਦਤਾਂ ਨੂੰ ਅਡੋਪਟ ਕਰਨਾ ਨਹੀਂ ਸਿਖਾਉਂਦਾ। ਸ਼ਰਾਬ ਪੀਣੀ ਮਰਦ ਦੀ ਮਾੜੀ ਆ, ਔਰਤ ਦੀ ਵੀ ਮਾੜੀ ਆ। ਇਹ ਨਹੀਂ ਗਾ ਕਿ ਫੈਮਿਨਿਜ਼ਮ ਦੀ ਆੜ ਦੇ ਵਿੱਚ ਤੁਸੀਂ ਮਰਦ ਦੀ ਗਲਤ ਆਦਤ ਨੂੰ ਲੈ ਲਓ ਕਿ ਫੈਮਿਨਿਜ਼ਮ ਆ ਜੀ। ਕੁੜੀਆਂ ਗਾਲਾਂ ਕੱਢਣ ਲੱਗ ਗਈਆਂ,
ਜਿਹੜੀਆਂ ਮਾਂ ਭੈਣ ਦੀਆਂ ਗਾਲਾਂ, ਕੁੜੀਆਂ ਮਾਂ ਭੈਣ ਦੀਆਂ ਗਾਲਾਂ ਕੱਢਦੀਆਂ ਨੇ ਬਿਨਾਂ ਸੋਚੇ ਸਮਝੇ ਕਿ ਉਹ ਗਾਲ ਆਪ ਨੂੰ ਹੀ ਲੱਗ ਰਹੀ ਆ। ਇਹ ਜਿਹੜੀਆਂ ਸਾਡੀਆਂ ਗਾਲਾਂ ਨੇ ਇਹਨਾਂ ਦੇ ਵਿੱਚ ਵੀ ਮਤਲਬ ਉਹੀ ਆ, ਗਾਲਾਂ ਜਿਹੜੀਆਂ ਗਾਲਾਂ ਨੇ ਮਾਂ ਦੀਆਂ ਨੇ ਭੈਣਾਂ ਨੇ, ਇਹਨਾਂ ਦੇ ਵਿੱਚ ਵੀ ਔਰਤ ਨੂੰ ਹੀ ਆ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਗਾਲ ਕੱਢੀ ਮਰਦ ਨੂੰ ਜਾਂਦੀ ਹੈ, ਲੱਗਦੀ ਔਰਤ ਨੂੰ ਆ। ਸੋ ਇਹ ਚੀਜ਼ਾਂ ਨਾ ਬਹੁਤ ਮਤਲਬ ਗੁੰਝਲਦਾਰ ਆ, ਜਿਹਨੂੰ ਹਜੇ ਮਤਲਬ ਸ਼ਾਇਦ ਸਾਡੇ ਲੋਕ ਇੰਨੇ ਦਿਮਾਗੀ ਤੌਰ 'ਤੇ, ਬੌਧਿਕ ਤੌਰ 'ਤੇ, ਇੰਟੈਲੈਕਚੁਅਲ ਲੈਵਲ 'ਤੇ ਨਹੀਂ ਇੰਨੇ ਸਿਆਣੇ ਹੋਏ ਕਿ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ ਕਿ ਫੈਮਿਨਿਜ਼ਮ ਦਾ ਅਸਲ ਅਰਥ ਕੀ ਆ। ਕੁੜੀਆਂ ਇੰਡੀਪੈਂਡੈਂਟ ਹੋਣਾ ਚਾਹੁੰਦੀਆਂ ਨੇ, ਸ਼ਾਇਦ ਉਹਨਾਂ ਕੋਲ ਸਕਿੱਲ ਨਹੀਂ ਹੈਗੀ, ਜਾਂ ਸ਼ਾਇਦ ਫੈਮਿਲੀ, ਕਿਉਂਕਿ ਮੈਂ ਬਹੁਤ ਸਾਰੀਆਂ ਮੈਮ ਕੁੜੀਆਂ ਨੂੰ ਜਾਣਦੀ ਹਾਂ ਜਿਹੜੀਆਂ ਮਜਬੂਰੀ ਦੇ ਵਿੱਚ ਆ ਕੇ ਵੀਡੀਓਜ਼ ਬਣਾਉਂਦੀਆਂ ਨੇ ਕਿਉਂਕਿ ਉਹਨਾਂ ਨੇ ਆਪਣਾ ਟੱਬਰ ਪਾਲਣਾ ਆ। ਮੈਂ ਬਹੁਤ ਸਾਰੀਆਂ ਨੂੰ ਜਾਣਦੀ ਹਾਂ। ਮੇਰੀ ਆਪਣੀ ਫਰੈਂਡ ਆ, ਉਹ ਠੀਕ ਆ, ਉਹਦੇ ਕੱਪੜੇ ਠੀਕ ਹੁੰਦੇ ਆ, ਉਹ ਘੱਟ ਕੱਪੜੇ ਪਾ ਕੇ ਨਹੀਂ ਕਰਦੀ ਹੈਗੀ। ਮੇਰੀ ਆਪਣੀ, ਸ਼ੀ ਇਜ਼ ਵੈਰੀ ਕਲੋਜ਼, ਮੇਰੀ ਭੈਣਾਂ ਵਰਗੀ ਆ। ਉਹ ਵੀ ਰੀਲ ਬਣਾਉਂਦੀ ਆ, ਉਹ ਪੈਸੇ ਲੈਂਦੀ ਆ, ਰੀਲ ਬਣਾਉਂਦੀ ਆ। ਕਿਉਂ? ਕਿਉਂਕਿ ਉਹਨੇ ਆਪਣਾ ਟੱਬਰ ਪਾਲਣਾ ਮੈਮ। ਉਹਦੇ 'ਤੇ ਉਹਦੀ ਭੈਣ ਦੀ ਜ਼ਿੰਮੇਵਾਰੀ ਆ, ਉਹਦੇ 'ਤੇ ਉਹਦੇ ਛੋਟੇ ਭਰਾ ਦੀ ਜ਼ਿੰਮੇਵਾਰੀ ਆ, ਉਹਦੇ 'ਤੇ ਆਪਦੀ ਮਾਂ ਦੀ ਜ਼ਿੰਮੇਵਾਰੀ ਆ। ਉਹ ਆਪਦੇ ਸਾਰੇ ਟੱਬਰ ਨੂੰ ਪਾਲਦੀ ਆ। ਸੋ ਇਹ ਨਾ ਕਮੈਂਟ ਕਰਨ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਉਹਦਾ ਉਹ ਮਤਲਬ ਹੈ ਕੀ ਆ। ਅਤੇ ਦੂਜੀ ਗੱਲ ਹੈ, ਕਸੂਰ ਦੇਖਣ ਵਾਲਿਆਂ ਦਾ ਆ, ਕਸੂਰ ਮਾਰਕੀਟ ਦਾ ਆ, ਕਸੂਰ ਕੁੜੀਆਂ ਦਾ ਨਹੀਂ। ਅਤੇ ਢਾਡਲੀ ਨੇ ਉਸੇ ਮਾਰਕੀਟ ਨੂੰ ਗਲਤ ਠਹਿਰਾਉਣ ਦੀ ਜਗ੍ਹਾ ਦੇ ਉੱਤੇ ਉਹਨਾਂ ਕੁੜੀਆਂ ਨੂੰ, ਫਿਰ ਜਿਹੜੇ ਉਸ ਢਾਡਲੀ ਦੇ ਗਾਣੇ ਨੂੰ ਐਕਸੈਪਟ ਕਰ ਰਹੇ ਆ, ਬਾਅਦ 'ਚ ਉਹੀ ਕੁੜੀਆਂ ਨੂੰ ਅਪਰੋਚ ਕਰਦੇ ਆ ਕਿ ਸਾਡੇ ਗਾਣੇ ਦੀ ਪ੍ਰਮੋਸ਼ਨ ਕਰਦੇ। ਫਿਰ ਉਹ ਆਪ ਹੀ ਉਹੋ ਜਿਹੇ ਗਾਣੇ, ਗੰਦੇ ਗੰਦੇ ਗਾਣੇ, ਆਪ ਹੀ ਲੱਚਰਤਾ ਫੈਲਾਉਣ ਵਾਲੇ ਗਾਣੇ ਲਿਆਉਂਦੇ ਆ। ਲੱਚਰਤਾ ਕੁੜੀਆਂ ਨਹੀਂ ਫੈਲਾਉਂਦੀਆਂ, ਜਿਹੜੇ ਗਾਣੇ ਗਾਉਂਦੇ ਨੇ ਉਹ ਫੈਲਾਉਂਦੇ ਨੇ। ਉਹ ਕੁੜੀਆਂ ਨੂੰ ਉਹੋ ਜਿਹਾ ਕਰਨ ਲਈ ਕਹਿੰਦੇ ਨੇ, ਉਹ ਤਾਂ ਕਰਦੀਆਂ ਨੇ। ਗੱਲ ਇਹ ਆ ਕਿ ਸ਼ਾਇਦ ਉਹ ਇੰਨੀਆਂ ਇੰਡੀਪੈਂਡੈਂਟ ਨਹੀਂ ਹੋਈਆਂ। ਮੈਂ ਫਿਰ ਉਹੀ ਗੱਲ ਕਹੂੰ, ਜੇ ਉਹ ਫੈਮਿਨਿਸਟ ਹੁੰਦੀਆਂ ਉਹ ਇਹ ਕੁਛ ਕਰਦੀਆਂ ਹੀ ਨਾ। ਤੁਸੀਂ ਹੁਣੇ ਜ਼ਿਕਰ ਕੀਤਾ ਕਿ ਉਹ ਰੀਲਸ ਵੀ ਬਣਾਉਂਦੀਆਂ, ਵੀਡੀਓਜ਼ ਬਣਾਉਂਦੀਆਂ, ਪੈਸੇ ਕਮਾਉਂਦੀਆਂ। ਹੁਣ ਇੱਥੇ ਕਈਆਂ ਦੇ ਦਿਮਾਗ 'ਚ ਹੋਣਾ ਕਿ ਪੈਸੇ ਉਹ ਕਿੱਦਾਂ ਕਮਾਉਂਦੀਆਂ, ਜਦ ਕਿ ਉਹ ਪ੍ਰਮੋਸ਼ਨ ਇਸ ਚੀਜ਼ ਨੂੰ ਦੱਸਣਾ ਚਾਹੂੰਗੀ ਮੈਮ, ਪੈਸੇ ਕਿੱਦਾਂ ਕਿ ਜਿਵੇਂ ਕੋਈ ਸੌਂਗ ਆ ਗਿਆ, ਪ੍ਰਮੋਸ਼ਨਲ ਟੀਮ ਬਣੀਆਂ ਹੋਈਆਂ ਨੇ, ਉਹ ਹਰੇਕ ਜਿਵੇਂ ਜਿਹਦੇ ਜਿੰਨੇ ਕੁ ਫੋਲੋਅਰ ਹੋਣਗੇ ਉਹਦੇ ਹਿਸਾਬ ਨਾਲ ਇੱਕ ਰੀਲ ਬਣਾਉਣ ਦੇ ਉਹਨਾਂ ਦੇ ਪੈਸੇ ਰੱਖੇ ਹੁੰਦੇ ਆ। ਕਿਸੇ ਦਾ 500 ਰੁਪਈਆ ਹੁੰਦਾ ਹੈ, ਕਿਸੇ ਦਾ 1500 ਹੁੰਦਾ, ਕਈਆਂ ਦਾ 5-5000 ਰੁਪਈਆ ਰੀਲ ਬਣਾਉਣ ਦਾ। ਮਤਲਬ ਉਹਨੇ ਇੱਕ ਵੀਡੀਓ ਪਾਉਣੀ ਆ, ਅਤੇ ਜੇ ਉਹਨੇ ਦਿਨ ਦੇ ਵਿੱਚ 2 ਵੀਡੀਓ ਪਾਤੀਆਂ, ਜਿਨ੍ਹਾਂ ਦੇ ਜ਼ਿਆਦਾ ਫੋਲੋਅਰ ਆ ਉਹਨਾਂ ਨੇ ਇੱਕ ਦਿਨ 'ਚ 10,000 ਰੁਪਈਆ ਕਮਾ ਲਿਆ। ਕਿਸੇ ਗਲਤ ਤਰੀਕੇ ਨਾਲ ਨਹੀਂ, ਸਿਰਫ ਇੱਕ ਉਸ ਗਾਣੇ ਦੇ ਉੱਤੇ ਵੀਡੀਓ ਬਣਾਉਣ ਤੋਂ ਪੈਸੇ। ਫਿਰ ਦੂਜੀ ਗੱਲ ਹੈ, ਜੇ ਉਹਨਾਂ ਦੇ ਫੋਲੋਅਰਸ ਜ਼ਿਆਦਾ ਨੇ, ਸੋਸ਼ਲ ਮੀਡੀਆ ਉਹਨਾਂ ਦਾ YouTube ਹੈਗਾ ਆ, YouTube ਦੇ ਉੱਤੇ ਐਡਸ ਲੱਗਦੀਆਂ ਨੇ, ਸੋ ਉੱਥੋਂ ਪੈਸੇ ਕਮਾਏ ਜਾਂਦੇ ਨੇ। ਫੇਸਬੁੱਕ ਦੇ ਉੱਤੇ ਜੇ ਉਹਨਾਂ ਦਾ ਮਤਲਬ ਐਡਸ ਲੱਗੀਆਂ ਹੋਈਆਂ ਨੇ, ਉੱਥੋਂ ਪੈਸੇ ਕਮਾਉਂਦੇ ਆ। ਸੋ ਸੇਮ ਜਿਵੇਂ ਬਾਕੀ ਮੀਡੀਆ ਚੱਲਦਾ ਆ, ਉਵੇਂ ਐਡਸ ਦੇ ਪੈਸੇ ਜਾਂ ਮਤਲਬ ਜੋ ਉਹਨਾਂ ਦੀ ਰੀਲ ਬਣਾਉਣ ਦੇ, ਉਹਨਾਂ ਨੂੰ ਸਪਾਂਸਰ ਕਰਨ ਦੇ, ਉਹਨਾਂ ਚੀਜ਼ਾਂ ਦੇ ਪੈਸੇ ਹੁੰਦੇ ਆ। ਇਹ ਨਹੀਂਗਾ ਕਿ ਉਹ ਕਿਸੇ ਨੂੰ ਆਪਣਾ ਜਿਸਮ ਵੇਚ ਕੇ ਆਉਂਦੀਆਂ ਨੇ, ਉਸ ਤਰ੍ਹਾਂ ਪੈਸੇ ਕਮਾਉਂਦੀਆਂ ਨੇ। ਮੈਮ, ਜਿੱਦਾਂ ਉਸ ਗਾਣੇ ਤੋਂ ਬਾਅਦ ਸੁਰਖੀਆਂ ਦੇ ਵਿੱਚ ਗਾਣਾ ਤਾਂ ਹੈਗਾ, ਕੰਟਰੋਵਰਸੀ ਦਾ ਵਿਸ਼ਾ, ਸਿਮਰਨ ਕੌਰ ਢਾਡਲੀ ਦਾ ਜਿਹੜਾ ਇੰਸਟਾਗ੍ਰਾਮ ਹੈਂਡਲ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਆ। ਇਹ ਵੀ ਚਰਚਾ ਛਿੜੀ, ਟ੍ਰੈਂਡ ਹੀ ਛਿੜਿਆ ਹੋਇਆ ਕਿ ਜਿਨ੍ਹਾਂ ਦੀਆਂ ਵੀਡੀਓਜ਼ ਯੂਜ਼ ਕੀਤੀਆਂ ਸੀ ਉਹਨਾਂ ਤੇ ਰਿਸਟ੍ਰਿਕਸ਼ਨ ਦਾ ਟੈਗ ਲਗਾ ਦਿੱਤਾ। ਹੁਣ ਉਹਨਾਂ ਨੇ ਆਈਡੀ ਬੰਦ ਕਰਾ ਦਿੱਤੀ। ਹੁਣ ਟ੍ਰੈਂਡ ਚੱਲ ਗਿਆ ਕਿ ਅਸੀਂ ਇੱਕ ਦੂਜੇ ਦੀਆਂ ਆਈਡੀਆਂ ਬੰਦ ਕਰਾਉਣੀਆਂ। ਮੈਮ ਦੇਖੋ, ਜੇ ਆਪਾਂ ਲੀਗਲ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਜੇ ਉਹਨੇ ਉਹਦਾ ਕੰਟੈਂਟ ਯੂਜ਼ ਕੀਤਾ ਆ ਇੰਸਟਾਗ੍ਰਾਮ, ਫੇਸਬੁੱਕ ਜਾਂ ਕੋਈ ਵੀ ਸੋਸ਼ਲ ਮੀਡੀਆ, ਉਹ ਇਸ ਚੀਜ਼ ਨੂੰ ਲੈ ਕੇ ਬੜਾ ਸਟ੍ਰਿਕਟ ਹੈ ਕਿ ਕੋਈ ਕਿਸੇ ਦਾ ਕੰਟੈਂਟ ਨਹੀਂ ਯੂਜ਼ ਕਰ ਸਕਦਾ, ਕੋਈ ਕਿਸੇ ਦੀ ਫੋਟੋਜ਼ ਵੀ ਨਹੀਂ ਯੂਜ਼ ਕਰ ਸਕਦਾ। ਜੇ ਕਿਸੇ ਨੇ ਉਸ ਚੀਜ਼ ਨੂੰ ਯੂਜ਼ ਕੀਤਾ ਆ ਤਾਂ ਉਸ ਚੀਜ਼ ਨੂੰ ਲੈ ਕੇ ਜੇ ਉਹ ਆਪਣਾ ਮਤਲਬ ਉਹੀ ਆ ਕਾਪੀਰਾਈਟਸ ਕਲੇਮ ਕਰਨਗੀਆਂ ਤਾਂ ਅਕਾਊਂਟ ਨੈਚੁਰਲੀ ਉਹਦਾ ਬੰਦ ਹੋਊਗਾ। ਪਹਿਲਾਂ ਰਿਸਟ੍ਰਿਕਟ ਕਰਕੇ, ਕੀ ਪਤਾ ਉਹਨੂੰ ਕਿੰਨੀ ਵਾਰ ਰਿਸਟ੍ਰਿਕਸ਼ਨ ਇਸ ਚੀਜ਼ ਨੂੰ ਲੈ ਕੇ ਪਹਿਲਾਂ ਹੀ ਉਹਨੂੰ ਵਾਰਨਿੰਗ ਮਿਲੀ ਹੋਵੇ ਤਾਂ ਅਕਾਊਂਟ, ਕਿਉਂਕਿ ਐਡੀ ਜਲਦੀ ਅਕਾਊਂਟ ਡਿਲੀਟ ਹੁੰਦੇ ਨਹੀਂਗੇ। ਸੋ ਜੇ ਬਹੁਤ ਜ਼ਿਆਦਾ ਫੋਲੋਅਰਸ ਵਾਲੇ ਆ, ਕਿਉਂਕਿ ਰਿਪੋਰਟ ਸਭ ਦੀ ਹੁੰਦੀ ਹੈ, ਜੇ ਇੰਨੇ ਫੋਲੋਅਰਸ ਵਾਲਾ ਅਕਾਊਂਟ ਡਿਲੀਟ ਹੋਇਆ ਮੀਨਸ ਇਹਦੀ ਹੁਣ ਨਹੀਂ, ਉਹਦੀ ਪਹਿਲਾਂ ਵੀ ਬਹੁਤ ਵਾਰ ਜਿਹੜੀ ਹੈਗੀ ਆ ਕੰਪਲੇਂਟ ਗਈ ਹੋਊਗੀ ਕਿ ਉਹਨੇ ਹੋਰ ਕਿਸੇ ਦਾ ਕੰਟੈਂਟ ਆ ਜਿਹੜਾ ਯੂਜ਼ ਕੀਤਾ ਆ, ਕੰਟੈਂਟ ਦਾ ਇਸ਼ੂ ਹੋਇਆ ਹੋਣਾ ਆ ਤਾਂ ਬੰਦ ਹੋਇਆ। ਬਾਕੀ ਇੱਦਾਂ ਜੇ ਉਹ ਕੁੜੀਆਂ ਕਿਸੇ ਦਾ ਕੰਟੈਂਟ ਯੂਜ਼ ਕਰਨਗੀਆਂ ਤਾਂ ਉਹਨਾਂ ਦਾ ਬੰਦ ਹੋ ਸਕਦਾ, ਅਦਰਵਾਈਜ਼ ਇੱਦਾਂ ਕਿਸੇ ਦੇ ਵੀ ਅਕਾਊਂਟ ਨਹੀਂ ਬੰਦ ਹੁੰਦੇ, ਕਿਉਂਕਿ ਇੱਕ ਪੈਰਾਮੀਟਰਸ ਹੁੰਦੇ ਆ, ਜਦੋਂ ਆਪਾਂ ਉਹਨਾਂ ਨੂੰ ਰੂਲ ਰੈਗੂਲੇਸ਼ਨ ਨੂੰ ਵਾਇਲੇਟ ਕਰਾਂਗੇ ਤਾਂ ਹੀ ਹੁੰਦੇ ਆ, ਇੱਦਾਂ ਨਹੀਂ ਬੰਦ ਹੁੰਦੇ। ਅਤੇ ਇੱਦਾਂ ਬੰਦ ਕਰਾਉਣਾ ਬਣਦਾ ਵੀ ਨਹੀਂਗਾ, ਕਿਉਂਕਿ ਹਰੇਕ ਦਾ ਆਪਣਾ ਆਪਣਾ ਫੰਡਾਮੈਂਟਲ ਰਾਈਟ ਆ, ਰਾਈਟ ਟੂ ਸਪੀਚ। ਕਿਸੇ ਨੂੰ ਵੀ ਆਪਣੇ ਵਿਚਾਰ ਦੇਣ ਦਾ ਹੱਕ ਆ, ਢਾਡਲੀ ਨੂੰ ਵੀ ਹੱਕ ਆ, ਉਹਨੇ ਆਪਦੇ ਵਿਚਾਰ ਦਿੱਤੇ ਆ। ਸਾਡਾ ਵਿਰੋਧ ਕਰਨ ਦਾ ਜਾਂ ਉਹਦੇ ਖਿਲਾਫ ਆ ਵਿਚਾਰ ਜੋ ਵੀ ਆ ਸਾਡਾ, ਉਹਨੂੰ ਆਪਣੇ ਵਿਚਾਰ ਦੇਣ ਦਾ ਹੱਕ, ਅਸੀਂ ਆਪਣੇ ਵਿਚਾਰ ਦੇ ਰਹੇ ਹਾਂ। ਉਹਨਾਂ ਨੇ ਨਵਾਂ ਅਕਾਊਂਟ ਵੀ ਬਣਾ ਲਿਆ ਹੈ ਤੇ ਨਾਲ ਇੱਕ ਪੋਸਟ ਵੀ ਪਾਈ ਆ ਕਿ ਹਾਥੀ ਲੰਘ ਜਾਂਦੇ ਤੇ ਕੁੱਤੇ ਭੌਂਕਦੇ ਰਹਿੰਦੇ। ਹੁਣ ਚਲੋ ਉਹ ਤਾਂ ਹਰੇਕ ਹੀ ਕਹਿੰਦਾ ਹੁੰਦਾ, ਜੋ ਸਾਨੂੰ ਬਕਵਾਸ ਕਮੈਂਟ ਕਰਦੇ ਹਨ ਅਸੀਂ ਵੀ ਕਹਿੰਦੇ ਹਾਂ ਕਿ ਮਸਤ ਚਾਲ 'ਚ ਚੱਲਣਾ ਚਾਹੀਦਾ ਆ, ਕਿਉਂਕਿ ਜਿਨ੍ਹਾਂ ਨੇ ਭੌਂਕਣਾ ਉਹਨਾਂ ਨੇ ਭੌਂਕਦੇ ਹੀ ਰਹਿਣਾ ਆ। ਸੋ ਉਹਦਾ ਐਟੀਟਿਊਡ ਹੋਊਗਾ, ਪਰ ਉਹ ਜਿੱਥੇ ਗਲਤ ਆ, ਜੇ ਉਹ ਵਾਕਈ ਕਹਿੰਦੀ ਆ ਕਿ ਮੈਂ ਉੱਚੇ ਕਿਰਦਾਰ ਦੀਆਂ ਕੁੜੀਆਂ ਦੀ ਗੱਲ ਕਰਦੀ ਹਾਂ ਤਾਂ
ਸ਼ੀ ਸ਼ੁੱਡ ਅੰਡਰਸਟੈਂਡ ਐਂਡ ਸ਼ੀ ਸ਼ੁੱਡ ਅਪੋਲੋਜਾਈਜ਼ ਕਿ ਮੈਂ ਇੱਕ ਔਰਤ ਹੋ ਕੇ ਮੈਂ ਔਰਤ ਦੀ ਦੁਸ਼ਮਣ ਬਣ ਨਿਤਰੀ ਹਾਂ ਤੇ ਮੈਂ ਗਲਤੀ ਕੀਤੀ ਆ। ਉਹਨੂੰ ਆਪਣੀ ਗਲਤੀ ਐਕਸੈਪਟ ਕਰ ਲੈਣੀ ਚਾਹੀਦੀ ਆ। ਜੇ ਉਸ ਚੀਜ਼ ਦੇ ਉੱਤੇ ਵੀ ਉਹ ਕਹਿੰਦੀ ਆ ਕਿ ਹਾਥੀ ਮਤਲਬ ਲੰਘ ਜਾਂਦਾ ਆ ਤੇ ਇਸ ਚੀਜ਼ ਨੂੰ ਉਹ ਐਕਸੈਪਟ ਨਹੀਂ ਕਰਦੀ ਹੈਗੀ, ਤਾਂ ਫਿਰ ਮੈਮ ਉਹ ਆਪਣੇ ਆਪ ਦੇ ਵਿੱਚ ਇੱਕ ਔਰਤ ਹੈ ਹੀ ਨਹੀਂ ਗੀ। ਸਾਡੇ ਲਈ ਉਹ ਮਤਲਬ ਉਹਨੇ ਦੂਜਿਆਂ ਨੂੰ ਬਦਕਾਰ ਕਿਹਾ ਨਾ, ਮੇਰੇ ਲਈ ਤਾਂ ਉਹ ਮਤਲਬ ਔਰਤ ਕਹਾਉਣ ਦੇ ਲਾਇਕ ਨਹੀਂ ਗੀ। ਅਸੀਂ ਸਿਮਰਨ ਕੌਰ ਢਾਡਲੀ ਦਾ ਜਿਹੜਾ ਗਾਣਾ ਆਇਆ ਲਹੂ ਦੀ ਆਵਾਜ਼, ਉਹਦੇ ਉੱਤੇ ਗੱਲਬਾਤ ਕੀਤੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਦੇ ਨਾਲ। ਤੁਸੀਂ ਗੱਲਾਂ ਬਾਤਾਂ ਸੁਣੀਆਂ। ਤੁਹਾਡਾ ਇਸ ਵਿਸ਼ੇ ਦੇ ਬਾਰੇ, ਗਾਣੇ ਦੇ ਬਾਰੇ ਜਾਂ ਪੂਰੀ ਗੱਲਬਾਤ ਦੇ ਬਾਰੇ ਕੀ ਕਹਿਣਾ ਆ, ਕਮੈਂਟ ਕਰਕੇ ਜ਼ਰੂਰ ਦੱਸਿਓ। ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਸਾਡੇ ਚੈਨਲ ਪ੍ਰਾਈਮ ਯੂਥ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ करियो। धन्यवाद। म्यूजिक, स्वैग और एंटरटेनमेंट से भरी फन और मस्ती। Get ready to experience a different world of youth. You're watching Prime Youth TV। सब चलता है।